ਗੁਰੂ ਮਹਾਰਾਜ ਜੀ ਦੀ ਬਣਾਈ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਵਿੱਤਰ ਚਰਨਾਂ ਦੀ ਛੋਹ ਨੂੰ ਪ੍ਰਾਪਤ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਸਰਵਣ ਕਰਕੇ ਜੀਵਨ ਨੂੰ ਸਫਲਿਆਂ ਕਰਨ ਪਹੁੰਚਦੇ ਹੋ। ਚੱਲ ਰਹੀ ਜ਼ਫਰਨਾਮੇ ਦੀ ਲੜੀਵਾਰ ਕਥਾ ਹੈ। ਆਪ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਰਿਵਾਰ ਦੇ ਸਮੂਹ ਹੀ ਮੈਂਬਰ ਜਨ, ਸਾਹਿਬਜ਼ਾਦੇ, ਮਾਤਾ ਜੀ ਔਰ ਬੜੇ ਹੀ ਪਿਆਰੇ ਜਿਹੜੇ ਗੁਰਾਂ ਦੇ ਸਿੰਘ ਨੇ ਜੰਗ ਦੇ ਮੈਦਾਨ ਅੰਦਰ ਖੋ ਚੁੱਕੇ ਨੇ, ਸਭ ਕੁਝ ਗਵਾ ਕੇ ਵੀ ਇਹ ਫਤਿਹਨਾਮਾ ਲਿਖ ਰਹੇ ਨੇ। ਪਰ ਜਦੋਂ ਇਧਰ ਧਿਆਨ ਦਈਏ ਨਾ, ਗੁਰਸਨ ਹੈ ਚੇਕਾਰੇ ਕੁਨਤ ਚਹਿਲ ਨਰ ਕੇ ਦਹ ਲਖ ਬਰਾਇਤ ਬਰੋ ਬੇਖਬਰ। ਦੁਨੀਆ ਦੇ ਉੱਤੇ ਕਹਿੰਦੇ ਯੁੱਧ ਬੜੇ ਹੋਏ ਨੇ। ਪਹਿਲਾ ਮਹਾਨ ਰਾਮ ਜੀ ਦਾ ਰਾਵਣ ਦੇ ਨਾਲ ਯੁੱਧ ਹੋਇਆ ਹੈ। ਵੇਖੋ, ਜਿੱਥੇ ਰਾਵਣ ਲੰਕਾ ਦਾ ਰਾਜਾ ਹੈ, ਉੱਥੇ ਅਯੁੱਧਿਆ ਦੇ ਰਾਜੇ ਨੇ ਰਾਮ ਜੀ। ਜਿੱਥੇ ਅਯੁੱਧਿਆ ਦੀਆਂ ਸੈਨਾਵਾਂ ਨਾਲ ਨੇ, ਹਨੂਮਾਨ ਜੀ ਵਰਗੇ ਨਾਲ ਨੇ। ਦੋਨਾਂ ਪਾਸਿਆਂ ਤੋਂ ਮੁਕਾਬਲਾ ਬਰਾਬਰ ਦਾ ਹੈ। ਬੜਾ ਘਮਸਾਨ ਦਾ ਯੁੱਧ ਹੁੰਦਾ ਹੈ। ਸਿੱਟਾ ਨਿਕਲਿਆ, ਰਾਮ ਜੀ ਦੀ ਜਿੱਤ ਹੋ ਗਈ, ਟੱਕਰ ਬਰਾਬਰ ਦੀ ਸੀ। ਦੂਸਰਾ ਯੁੱਧ ਹੋਇਆ ਹੈ, ਪੰਜ ਭਰਾ, ਪੰਜ ਪਾਂਡੋ ਤੇ ਕੌਰਵਾਂ ਦੇ ਦਰਮਿਆਨ। 18 ਖੂਣੀਆਂ ਸੈਨਾ ਕਹਿੰਦੇ ਇਸ ਯੁੱਧ ਵਿੱਚ ਗਰਕ ਹੋਈ ਹੈ। ਲੱਖਾਂ ਸੂਰਮੇ ਸ਼ਹਾਦਤ ਦਾ ਰੁਤਬਾ ਪਾ ਗਏ ਨੇ। ਹੈ ਉਹ ਪੰਜ ਭਾਈ ਨੇ, ਜਿੱਥੇ ਦੁਰਯੋਧਨ ਦਿੱਲੀ ਦਾ, ਹਿੰਦ ਦਾ ਵਾਲੀ ਹੈ, ਉੱਥੇ ਜਿਹੜੇ ਪਾਂਡੋ ਨੇ ਉਹਨਾਂ ਦੇ ਨਾਲ ਸ੍ਰੀ ਕ੍ਰਿਸ਼ਨ ਜੀ ਨੇ, ਜੋ ਦਵਾਰਕਾ ਦੇ ਰਾਜੇ ਨੇ, ਸੈਨਾਵਾਂ ਨੇ। ਦੋਨਾਂ ਹੀ ਪਾਸਿਆਂ ਤੋਂ ਬੜੇ ਬੜੇ ਰਾਜਪੂਤ ਛਤਰੀ, ਬੜੇ ਬੜੇ ਤਕੜੇ ਸੂਰਬੀਰ ਯੋਧੇ ਨੇ। ਸਾਜੋ ਸਮਾਨ ਪੂਰਾ ਹੈ, ਭਾਰੀ ਮੁਕਾਬਲਾ ਹੋਇਆ ਹੈ, ਟੱਕਰ ਬਰਾਬਰ ਦੀ ਹੈ। ਪਾਂਡੋ ਜਿੱਤ ਗਏ ਨੇ। ਤੀਸਰਾ ਮੈਂ ਜ਼ਿਕਰ ਕਰਾਂ ਮੁਸਲਮਾਨ ਵੀਰਾਂ ਦੇ ਇਤਿਹਾਸ ਵਿੱਚ ਬੜੀ ਹੀ ਪਵਿੱਤਰ ਜਗ੍ਹਾ, ਅੱਜ ਕੱਲ ਇਰਾਕ, ਕਰਬਲਾ, ਜਿੱਥੋਂ ਇਹ ਕਹਿੰਦੇ ਨੇ ਸਾਨੂੰ ਤਾਕਤ ਮਿਲਦੀ ਹੈ। ਜਿਵੇਂ ਸਾਨੂੰ ਅਕਾਲ ਤਖਤ ਤੋਂ, ਹਰਮੰਦਰ ਤੋਂ ਤਾਕਤ ਮਿਲਦੀ ਹੈ, ਇਵੇਂ ਇਹ ਕਹਿੰਦੇ ਨੇ ਸਾਨੂੰ ਕਰਬਲਾ ਦਾ ਮੈਦਾਨ ਤਾਕਤ ਬਖਸ਼ਦਾ ਹੈ। ਹੋਇਆ ਕੀ ਸੀ? ਕੁਝ ਰਲਦਾ ਮਿਲਦਾ ਚਮਕੌਰ ਦੀ ਗੜੀ ਵਾਂਗ। ਮੁਹੰਮਦ ਜੀ ਦੀ ਬੇਟੀ ਹੈ ਫਾਤਿਮਾ, ਫਾਤਿਮਾ ਦਾ ਬੱਚਾ ਹੁਸੈਨ, ਬੜਾ ਸੰਤ ਹੈ, ਸਤਪੁਰਸ਼ ਹੈ। ਯਜ਼ੀਦ ਨੇ 80,000 ਸਿਪਾਹੀਆਂ ਦੇ ਸਮੇਤ ਹੁਸੈਨ ਤੇ ਹਮਲਾ ਕੀਤਾ। ਇੱਕ ਬੰਨੇ 80,000 ਹੈ ਤੇ ਦੂਜੇ ਬੰਨੇ ਕੇਵਲ 72 ਮੁਰੀਦ ਨੇ। ਹੁਸੈਨ ਕੋਲ ਵਿੱਚੇ ਹੀ ਬੱਚੇ ਨੇ, ਘਰ ਵਾਲੀਆਂ ਨੇ। ਤੇ ਕਰਬਲਾ ਦੇ ਮੈਦਾਨ ਉੱਤੇ ਇਹ ਸੂਰਮਾ ਪਿਆਸ ਦੇ ਨਾਲ ਜੂਝਦਾ ਹੋਇਆ ਜੰਗ ਦੇ ਮੈਦਾਨ ਅੰਦਰ ਸ਼ਹਾਦਤ ਪ੍ਰਾਪਤ ਕਰ ਗਿਆ। ਮਹਾਨ ਯੁੱਧ ਹੋਇਆ ਉੱਥੇ। ਇੱਕ ਬਨੇ 80 ਨੇ, 72, 80
ਕੁਝ ਵੀ ਸਮਝ ਲਓ ਤੇ ਇੱਕ ਬੰਨੇ 80,000 ਦਾ ਇਕੱਠ ਹੈ। ਪਰ ਕਲਗੀਆਂ ਵਾਲਿਆ, ਤੇਰਾ ਕਿੰਨਾ ਕੁ ਡਰ ਸੀ ਇਸ ਹਿੰਦ ਦੇ ਵਾਲੀ ਔਰੰਗਜ਼ੇਬ ਨੂੰ ਵੀ ਤੂੰ ਹੈ 40 ਸਮੇਤ ਤੇ ਹਮਲਾ ਕਰਨ ਵਾਲਾ 10 ਲੱਖ ਹੈ ਕੋਈ ਮਿਸਾਲ ਦੁਨੀਆ ਦੇ ਵਿੱਚ ਐਸੀ ਮਿਲੇਗੀ? ਇਹ ਸਵਾਲ ਪੈਦਾ ਹੁੰਦਾ ਵੀ ਇਹ ਕਿੱਦਾਂ ਹੋ ਸਕਦਾ ਹੈ, ਕਿਉਂਕਿ ਸਾਡੀ ਸੁਰਤੀ ਬਿਰਤੀ ਉੱਥੇ ਤੇ ਪਹੁੰਚਦੀ ਨਹੀਂ, ਫਿਰ ਅਸੀਂ ਖੰਡਨ ਕਰ ਦਿੰਦੇ ਇਹ ਕਿੱਦਾਂ ਹੋ ਸਕਦਾ ਹੈ। ਸਾਡੀ ਤੇ ਉਡਾਰੀ ਉੱਡੀ ਹੈ ਨਹੀਂ ਨਾ। ਤੇ ਸਵਾਮੀ ਵਿਵੇਕਾਨੰਦ ਜੀ ਨੂੰ ਅਮਰੀਕਨ ਲੋਕਾਂ ਨੇ ਇਹ ਗੱਲ ਪੁੱਛੀ 19ਵੀਂ ਸਦੀ ਦੇ ਅਖੀਰ ਵਿੱਚ ਵੀ ਆ ਜਿਹੜਾ ਇਤਿਹਾਸ ਹੈ ਚਮਕੌਰ ਦਾ, ਸਵਾਮੀ ਜੀ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ 1.25 ਲੱਖ ਨਾਲ ਲੜਨ ਦਾ ਜਜ਼ਬਾ ਰੱਖਦਾ ਹੈ। ਇਹ ਕੇਵਲ ਅੱਲਾ ਯਾਰ ਖਾਂ ਜਹਾਂ ਦਸਮ ਗ੍ਰੰਥ ਹੀ ਨਹੀਂ ਕਹਿੰਦਾ, ਮੈਂ ਜ਼ਿਕਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ। ਇਹ ਤੇ ਝੂਠ ਨਹੀਂ ਨਾ ਬੋਲੀਆ, ਸੱਚ ਧਰਮ ਝੂਠ ਨਾ ਬੋਲੀਆ। ਗੁਰੂ ਤੇ ਨਹੀਂ ਨਾ ਸਾਡਾ ਝੂਠ ਮਾਰਦਾ, ਇਤਿਹਾਸ ਨੂੰ ਤੇ ਝੂਠ ਆਖ ਲਓਗੇ। ਸਵਾਮੀ ਵਿਵੇਕਾਨੰਦ ਜੀ ਇਹ ਗੱਲ ਕੋਈ ਹਜਮ ਨਹੀਂ ਹੋਈ ਵੀ 1.25 ਲੱਖ ਨਾਲ ਬੰਦਾ ਲੜ ਸਕਦਾ ਹੈ। ਤੇ ਸਵਾਮੀ ਜੀ ਨੇ ਜਵਾਬ ਦਿੱਤਾ ਸੀ ਇਸ ਵਿੱਚ ਸ਼ੱਕ ਵਾਲੀ ਕਿਹੜੀ ਗੱਲ ਹੈ। ਜਿਹੜਾ ਗੁਰੂ ਗੋਬਿੰਦ ਸਿੰਘ 700 ਸਾਲ ਪੁਰਾਣਾ ਤੁਰਕਾਂ ਦਾ ਰਾਜ ਪੁੱਟ ਸਕਦਾ ਹੈ, ਤੇ ਮੈਂ ਅੱਜ ਵੀ ਇਹ ਦਾਅਵਾ ਕਰਦਾ ਵੀ ਜਿੰਨੇ ਉਹਦੇ ਅੰਮ੍ਰਿਤ ਨੂੰ ਪਾਨ ਕੀਤਾ 1.25 ਲੱਖ ਦਾ ਕੀ ਉਹ ਸੈਂਕੜਿਆਂ ਨਾਲ ਟੱਕਰ ਲੈਣ ਦਾ ਜਜ਼ਬਾ ਰੱਖਦਾ ਹੈ। ਇੱਕ ਗੈਰ ਧਰਮੀ ਬੰਦਾ ਸਨਾਤਨ ਧਰਮੀ ਹਿੰਦੂਆਂ ਵਿੱਚੋਂ ਇਹ ਗੱਲ ਕਹਿ ਰਿਹਾ, ਹੋ ਕਿਉਂ ਨਹੀਂ ਸਕਦਾ? ਹੋਇਆ ਹੈ ਦੁਨੀਆ ਵਿੱਚ ਇੱਕੇ ਵਾਰ, ਤੇ ਉਹ ਦੀਨ ਦੁਨੀਆ ਦੇ ਵਾਲੀ ਕਲਗੀਧਰ ਨੇ ਇਹ ਕਾਰਨਾਮਾ ਕਰਕੇ ਵਿਖਾਇਆ, ਨਹੀਂ ਤੇ ਕਿਤੇ ਦੁਨੀਆ ਦੇ ਇਤਿਹਾਸ ਵਿੱਚ ਮਿਸਾਲ ਨਹੀਂ ਮਿਲਦੀ। ਕਹਿੰਦੇ ਔਰੰਗਜ਼ੇਬ ਜਿਹੜੀ ਫੌਜ ਨੇ ਮੈਨੂੰ ਆਨੰਦਪੁਰ ਘੇਰਿਆ ਸੀ ਨਾ, ਜਿਨ੍ਹਾਂ ਵਿੱਚ ਤੇਰਾ ਸੂਬਾ ਸਰਹੰਦ ਵਜ਼ੀਰ ਖਾਨ ਸੀ, ਜਲੰਧਰ ਦਾ ਸੂਬਾ ਸੀ, ਲਾਹੌਰ ਦਾ ਸੂਬਾ ਜ਼ਬਰਦਸਤ ਸੀ, ਜ਼ੇਰ ਦਸਤ ਵਾਹਿਗੁਰੂ, ਇਹ ਜਿੰਨੇ ਵੀ ਸੂਬੇ ਸਨ ਡਾਕੂਆਂ ਦੇ ਗੁੱਜਰਾਂ ਦੇ ਸਮੇਤ ਮੈਨੂੰ ਆ ਕੇ ਪਏ ਸਨ, ਉਹਦੇ ਮੈਨੂੰ ਦਿਖ ਗਏ। ਗਿਆਨ ਹੋ ਗਿਆ ਵੀ ਸਾਹਮਣੇ ਆ ਗਏ। ਪਰ ਜਿਹੜੀ ਕਰਤੂਤ ਤੂੰ ਸਹੁੰ ਚੁੱਕ ਕੇ ਇਸ ਹਿੰਦ ਦੇ ਪੀਰ ਨਾਲ ਕੀਤੀ ਹੈ, ਕਹਿੰਦੇ ਜਦੋਂ ਮੈਂ ਚਮਕੌਰ ਦੀ ਗੜੀ ਗਿਆ ਨਾ, ਗੁਰਸ਼ਨ ਹੈ ਚੇਕਾਰੇ ਕੁਨਦ ਚਹਿਲ ਨਰ ਕੇ ਦਹਿਲਕ ਬਰਾਇਦ ਬਰੋ ਬੇਖਬਰ। ਬੇਖਬਰ ਆਖਣ ਲੱਗੇ ਮੈਨੂੰ ਖਬਰ ਨਹੀਂ ਸੀ ਵੀ ਤੇਰੀ ਆਨੰਦਪੁਰ ਵਾਲੀ ਫੌਜ ਤੇ ਸਾਡਾ ਪਿੱਛਾ ਕਰ ਹੀ ਰਹੀ ਹੈ, ਤੇ ਇਹ 10 ਲੱਖ ਤੂੰ ਦਿੱਲੀ ਵੱਲੋਂ ਵੱਖਰਾ ਘੱਲਿਆ ਹੈ। ਇਹ ਘੇਰਾ 10 ਲੱਖ ਦਾ ਹੀ ਨਹੀਂ ਸਿੱਖਾ, ਇਹਦੀ ਗਿਣਤੀ ਕੋਈ ਨਹੀਂ। ਕਹਿੰਦੇ ਖਵਾਜੇ ਮਰਦੂਦ ਵਰਗੇ ਮਰਦ ਅਖਵਾਉਣ ਵਾਲੇ ਵੱਖਰੀ ਫੌਜ 10 ਲੱਖ ਲੈ ਕੇ ਆਏ ਨੇ। ਸਮਝੇ ਔਰਤਾਂ ਨੂੰ ਗੁਰਸ਼ਨ ਹੈ ਚੇਕਾਰੇ, ਭੁੱਖੇ ਭੁੱਖੇ ਕੀ ਕਾਰ ਕਰਦੇ ਜਦੋਂ ਉਹਨਾਂ ਦੇ ਸਾਹਮਣੇ ਕਿ 10 ਲੱਖ ਬਰਾਇਦ 10 ਲੱਖ ਮੁਗਲ ਅਚਾਨਕ ਬਰੋ ਬੇਖਬਰ ਬਿਨਾਂ ਖਬਰ ਦਿੱਤਿਆਂ ਹੀ ਟੁੱਟ ਕੇ ਪੈ ਗਿਆ। ਜਿਹਦਾ ਗਿਆਨ ਹੀ ਕੋਈ ਨਹੀਂ, ਜਿਹਦਾ ਪਤਾ ਹੀ ਕੋਈ ਨਹੀਂ, ਜਿਹਦੀ ਸਮਝ ਹੀ ਕੋਈ ਨਹੀਂ ਸੀ। ਆਖਣ ਲੱਗੇ ਔਰੰਗਜ਼ੇਬ ਬੜੀ ਮਰਦਾਨਗੀ ਨਾਲ ਮੇਰੇ 40 ਭੁੱਖੇ ਸਿੰਘ ਲੜੇ ਨੇ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਦੋਂ ਗਿਣਤੀ 10 ਲੱਖ ਹੋਵੇ ਤੇ ਮਰਦਾਨਗੀ ਕੀ ਕਰਦੀ? ਅਖੀਰ ਤਨ ਚੋਂ ਸਵਾਸ ਤੇ ਜਾਣੇ ਸਨ, ਤਨ ਤੇ ਮਿੱਟੀ ਹੈ ਨਾ, ਦਲੇਰੀ ਕਿੰਨੀ ਵੀ ਹੋਵੇ। ਚੇਕਾਰੇ ਕੁਨਦ, ਚੇਕਾਰੇ ਕੀ ਕੰਮ ਕਰਦੇ, ਕੀ ਦਲੇਰੀ ਕਰਦੇ ਉਹ ਚਹਿਲ ਨਰ ਜਿਹੜੇ 40 ਭੁੱਖੇ ਸਿੰਘ ਸਨ, ਲੜੇ ਬੜੀ ਮਰਦਾਨਗੀ ਇਹਨਾਂ ਨੇ। ਪਰ ਫੌਜ ਜਿਆਦੀ ਸੀ ਔਰੰਗਜ਼ੇਬ ਤੇ
ਕਹਿੰਦੇ ਜੇ ਤੂੰ ਔਰੰਗਜ਼ੇਬ ਇਹ ਗੱਲ ਆਖੇ ਨਾ ਮਹਾਰਾਜ ਵੀ ਤੁਸੀਂ ਉਡੀਕ ਲੈਂਦੇ, ਮੇਰੀ ਫੌਜ ਤੁਹਾਡੇ ਤੇ ਹਮਲਾ ਕਰਨ ਨਹੀਂ ਸੀ ਆਈ, ਤੁਹਾਨੂੰ ਕਹਿ ਸਕਦੇ ਸਨ ਸ਼ਸਤਰ ਛੁੱਟ ਕੇ ਆ ਜਾਓ ਤੇ ਸਾਡੇ ਵਾਲੀ ਨੂੰ ਔਰੰਗਜ਼ੇਬ ਨੂੰ ਮਿਲੋ, ਕਿਉਂਕਿ ਵਾਦਾ ਸੀ ਕਾਂਗੜ ਮਿਲਣ ਦਾ। ਤੇ ਮਹਾਰਾਜ ਨੇ ਇੱਥੇ ਇੱਕ ਗੱਲ ਆਖੀ ਕਿ ਪੈਮਾ ਸ਼ਿਕਨ ਬੇਦ ਰੰਗ ਆਮਦਨ, ਮਿਆਂ ਤੇਗ ਤੀਰੋ ਤੁਫੰਗ ਆਮਦਨ। ਪੈਮਾ ਸ਼ਿਕਨ, ਪੈਮਾ ਬਚਨ, ਸ਼ਿਕਨ ਤੋੜਨਾ। ਕਹਿੰਦੇ ਵੇਖ ਇਹ ਉਹੀ ਤੇਰੇ ਬੰਦੇ ਸਨ ਜਿਨ੍ਹਾਂ ਆਨੰਦਾਂ ਦੀ ਪੁਰੀ ਵਿੱਚ ਬਚਨ ਤੋੜਿਆ ਸੀ, ਸੌਹਾਂ ਖਾਧੀਆਂ ਸਨ। ਬੇਦ ਰੰਗ, ਛੇਤੀ ਨਾਲ, ਆਮਦਨ ਆਏ ਨੇ ਜਿਨ੍ਹਾਂ ਨੇ ਰਾਜੀਨਾਮਾ ਕਰਨਾ ਹੋਵੇ ਨਾ, ਜਿਨ੍ਹਾਂ ਨੇ ਔਰੰਗਜ਼ੇਬ ਸੁਲਾਹ ਕਰਨੀ ਹੋਵੇ, ਜਿਨ੍ਹਾਂ ਨੇ ਸ਼ਸਤਰ ਸੁੱਟਣ ਲਈ ਆਖਣਾ ਹੋਵੇ, ਉਹ ਇੰਨੀ ਤੇਜ਼ੀ ਨਾਲ ਨਹੀਂ ਚੜਦੇ, ਏਡੀ ਛੇਤੀ ਨਾਲ ਉਹ ਚੱਲ ਕੇ ਨਹੀਂ ਆਉਂਦੇ। ਤੇ ਮੈਂ ਦੱਸਾਂ ਤੈਨੂੰ ਤੇਰੇ ਨਿਆਂ ਕਰਤਾ ਵਜ਼ੀਰ ਕਿੱਦਾਂ ਆਏ ਨੇ। ਮਿਆਂ ਤੇਗ ਤੀਰੋ ਤੁਫੰਗ ਆਮਦਨ, ਮਿਆਂ ਉਹਨਾਂ ਨੇ ਮਿਆਨਾਂ ਵਿੱਚੋਂ ਤੇਗਾਂ ਨੰਗੀਆਂ ਕੱਢੀਆਂ ਹੋਈਆਂ ਸਨ, ਉਹਨਾਂ ਨੇ ਬੰਦੂਕਾਂ ਵਿੱਚ ਤੁਫੰਗਾਂ ਵਿੱਚ ਬਰੂਦ ਭਰਿਆ ਹੋਇਆ ਸੀ, ਉਹਨਾਂ ਨੇ ਭੱਥਿਆਂ ਚੋਂ ਤੀਰ ਕੱਢ ਕੇ ਕਮਾਨਾਂ ਉੱਤੇ ਚੜਾਏ ਹੋਏ ਸਨ। ਔਰੰਗਜ਼ੇਬ ਇੰਨੀ ਛੇਤੀ ਨਾਲ ਨੰਗੀਆਂ ਤਲਵਾਰਾਂ ਲੈ ਕੇ ਕੋਈ ਸੁਲਾ ਸਫਾਈ ਲਈ ਨਹੀਂ ਆਉਂਦਾ, ਉਹ ਸਿਰ ਲਾਉਣ ਆਏ ਸਨ ਮੇਰਾ। ਤੂੰ ਕਹਿੰਦਾ ਉਡੀਕ ਲੈਂਦੇ, ਕਹਿੰਦੇ ਉਹ ਜਿਹੜੇ ਝੂਠੇ ਵਾਅਦੇ ਤੋੜਨ ਵਾਲੇ ਸਨ ਛੇਤੀ ਦੇ ਨਾਲ ਆਏ ਨੇ, ਤੇਗਾਂ ਤਲਵਾਰਾਂ ਨੰਗੀਆਂ ਲੈ ਕੇ, ਬਰੂਦ ਭਰ ਕੇ। ਤੇ ਕਹਿੰਦੇ ਦੱਸ ਫਿਰ ਮੈਂ ਕੀ ਕਰਦਾ, ਕੀ ਕਰਨਾ ਚਾਹੀਦਾ ਸੀ ਮੈਨੂੰ? ਜਦੋਂ ਕੋਈ ਨੰਗੀਆਂ ਤਲਵਾਰਾਂ ਸ਼ਸਤਰ ਰਫਲਾਂ ਲੈ ਕੇ ਸਿਰ ਤੇ ਚੜ੍ਹ ਆਉਂਦਾ ਫਿਰ ਕੀ ਕਰਨਾ ਚਾਹੀਦਾ ਸੀ ਦੱਸ। ਮੈਂ ਨਹੀਂ ਸੀ ਚਾਹੁੰਦਾ ਮੈਂ ਜੰਗ ਵਿੱਚ ਉਤਰਾਂ, ਮੈਂ ਨਹੀਂ ਸੀ ਚਾਹੁੰਦਾ ਮੇਰੇ ਪੁੱਤਰਾਂ ਨਾਲੋਂ ਵੀ ਪਿਆਰੇ ਸਿੱਖ ਸ਼ਹਾਦਤ ਦਾ ਰੁਤਬਾ ਪ੍ਰਾਪਤ ਕਰਨ। बदबख्तों ने जो वादा किया बिसर गए, ना मर्द कौल करके जुबां से मुकर गए। गोबिंद सिंह के शेर फिर फौरन बिफर गए, तलवारें सूत सूत कर रन में उतर गए। फिर पता असीं की कीता जो करना चाहिदा सी। इत्थे औरंगजेब पता की कहंदा, ਹਮਦਰਦੀ ਮਗਰਮੱਛ ਦੇ ਆਂਸੂ। ਮਹਾਰਾਜ ਉਡੀਕ ਲੈਂਦੇ, ਬੱਚੇ ਹੀ ਨਾ ਸ਼ਹੀਦ ਹੁੰਦੇ, ਅੰਦਰੋਂ ਤੇ ਹੱਸਦਾ ਹੋਵੇਗਾ। ਤੇ ਦੀਨ ਦੁਨੀਆ ਦੇ ਵਾਲੀ ਕਹਿੰਦੇ ਜੇ ਤੂੰ ਆਖੇ ਮੈਂ ਜੰਗ ਦੇ ਮੈਦਾਨ ਵਿੱਚ ਸ਼ੌਂਕ ਨਾਲ ਆਇਆ, ਮੈਂ ਨਹੀਂ ਸੀ ਚਾਹੁੰਦਾ मैदान ਵਿੱਚ ਆਵਾਂ, मैं नहीं सी चाहता सिखों की आरज़ू थी कि लड़कर शहीद हों, मगर सतगुर यह चाहते थे ना जाया मुरीद हों। अल्लाह यार खां कहंदा गुरु साहब नहीं सी चाहते मेरे बच्चे मेरे सिख शहीद हों, क्योंकि 10 लाख दा कहा है शहादत ते मिलनी है, किसे तरह सुलह हो जावे। पर औरंगजेब मैं जदों नंगियां तलवारां, जदों रफलां विच बारूद, धनुखां दे उत्ते तीर चढ़े हुए तके ने औरंगजेब, फिर मैनू ये काम करना पिया। की मैं कीता फिर सुन औरंगजेब कहंदे ने, बालाचारगी दरमिया आमदम, बा तदबीर तीरो तू फंग आमदम। बा नाल लाचारगी मजबूर हो गए, ਜਦੋਂ ਤੇਰੀ 10 ਲੱਖ ਫੌਜ ਨੇ ਧਾਵਾ ਬੋਲ ਦਿੱਤਾ ਗੜੀ ਤੇ ਫਿਰ ਇਹ ਗੁਜਰੀ ਦਾ ਦੁਲਾਰਾ ਲਾਚਾਰ ਹੋ ਗਿਆ। ਦਰਮਿਆਨ ਦਰ ਅੰਦਰ ਮਿਆਂ ਜੰਗ, ਫਿਰ ਜੰਗ ਦੇ ਅੰਦਰ ਆਮਦਮ। ਮੈਂ ਤਿਆਰ ਬਰ ਤਿਆਰ ਹੋ ਕੇ ਔਰੰਗਿਆ ਆਇਆ, ਤੇ ਦੱਸਾਂ ਮੈਂ ਕਿਵੇਂ ਤਿਆਰ ਹੋਣਾ ਹੈ। ਕਈ ਕਹਿ ਦਿੰਦੇ ਬਾਬਾ ਜੀ ਕਥਾ ਬੜੀ ਗਰਮ, ਇਹ ਜਫਰਨਾਮਾ ਜੇ
ਤੇ ਜੰਗ ਦੇ ਮੈਦਾਨ ਵਿੱਚ ਵਾਪਰੀਆਂ ਘਟਨਾ ਨੇ। ਇਹ ਗਰਮੀ ਹੋਵੇਗਾ, ਗਰਮੀ ਚਾਹੀਦੀ ਵੀ ਹੈ ਨਾ। ਜੇ ਗਰਮੀ ਤੋਂ ਬਿਨਾਂ ਸਰਦਾ ਹੋਵੇ ਤੇ ਹਿੰਦ ਦੇ ਬਾਰਡਰਾਂ ਉੱਤੇ ਫੌਜ ਲਾਉਣ ਦੀ ਕੀ ਲੋੜ ਹੈ, ਪਾਸੇ ਕਰ ਲਓ। ਜੇ ਗਰਮੀ ਤੋਂ ਬਿਨਾਂ ਸਰਦਾ ਹੋਵੇ ਤੇ ਕ੍ਰਿਸ਼ਨ ਜੀ ਅਰਜਨ ਨੇ ਧਨੁੱਖ ਸੁੱਟ ਦਿੱਤਾ, ਕਿਉਂ ਫੜਾ ਰਹੇ ਜੇ, ਕਿਉਂ ਖੂਨ ਖਰਾਬਾ? ਲੋੜ ਪੈਂਦੀ ਹੈ, ਜ਼ਖਮ ਕੱਟਣੇ ਪੈਂਦੇ ਨੇ। ਜਿਹੜੇ ਸਰੀਰ ਨੂੰ ਰੋਗ ਹੋਵੇ, ਕੀਟਾਣੂ ਵੱਧ ਜਾਣ, ਦਵਾਈ ਦੇ ਕੇ ਮਾਰਨੇ ਪੈਂਦੇ ਨੇ। ਕਲਗੀਧਰ ਕਹਿੰਦੇ ਫਿਰ ਜਿੱਦਾਂ ਤੇਰੀ ਫੌਜ ਨੰਗੀਆਂ ਤਲਵਾਰਾਂ ਲੈ ਕੇ ਆਈ ਹੈ, ਜਿੱਦਾਂ ਤੇਰੀ ਫੌਜ ਰਫਲਾਂ ਵਿੱਚ ਬਰੂਦ ਭਰ ਕੇ ਆਈ ਹੈ। ਬਾ ਤਦਬੀਰ ਤੀਰੋ ਤੂੰ ਫੰਗ ਆਮਦਮ, ਮੈਂ ਜੰਗ ਦੇ ਮੈਦਾਨ ਅੰਦਰ ਬਾ ਤਦਬੀਰ ਪੂਰੀ ਵਿਧੀ ਦੇ ਨਾਲ, ਜਿਵੇਂ ਸੂਰਮੇ ਤੀਰਾਂ ਨਾਲ ਲੈਸ ਹੋ ਕੇ, ਰਫਲਾਂ ਨਾਲ ਲੈਸ ਹੋ ਕੇ ਆਮਦਮ ਆਉਂਦੇ ਨੇ ਔਰੰਗਜ਼ੇਬ। ਮੈਂ ਫਿਰ ਲੈਸ ਹੋਇਆ, ਮੈਂ ਪੱਥੇ ਵਿੱਚ ਖਪਰੇ ਤੀਰ ਸੁੱਟੇ, ਮੈਂ ਚੰਡੀ ਕੱਢੀ ਐ ਤੇ ਤੇਰੀ ਫੌਜ ਦੇ ਮੈਂ ਆਹੂ ਲਾਉਂਦਾ ਗਿਆ। ਤੇ ਦੀਨ ਦੁਨੀਆ ਦੇ ਵਾਲੀ ਆਖਣ ਲੱਗੇ, ਜੇ ਤੂੰ ਆਖੇ ਨਾ ਵੀ ਇਹ ਵੀ ਕਾਲੀ ਕੀਤੀ ਐ, ਕਿਉਂ ਮੈਦਾਨ ਵਿੱਚ ਆਏ, ਕਿਉਂ ਸ਼ਸਤਰ ਤੁਸੀਂ ਚੁੱਕੇ ਨੇ? ਤੇ ਫਿਰ ਅਗਲੇ ਬੰਨੇ ਦੀਨ ਦੁਨੀਆ ਦੇ ਵਾਲੀ ਨੇ ਇੱਕ ਗੱਲ ਆਖੀ ਜਿਹੜੀ ਤੁਹਾਡੀ ਜ਼ੁਬਾਨ ਤੇ ਵੀ ਚੜੀ ਐ। ਚੂੰਕਾਰ ਜ਼ਹਮਾਹੀਲ ਤੇ ਦਰਗੁਜਸ਼ਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਾਹਿਬ ਆਖਣ ਲੱਗੇ, ਚੂੰਕਾਰ ਜਦੋਂ ਕਾਰਾ ਕਰਮ ਕੋਈ ਸਿਰ ਤੋਂ ਲੰਘ ਜਾਵੇ, ਮਸਲੇ ਨੂੰ ਹੱਲ ਕਰਨ ਲਈ ਪਾਣੀ ਸਿਰੋਂ ਲੰਘ ਜਾਵੇ, ਗੱਲ ਨਾ ਬਣੇ, ਸਾਰੇ ਬਹਾਨੇ ਅਹਿੰਸਾ ਦੀ ਖਤਮ ਹੋ ਜਾਣ, ਸ਼ਾਂਤੀ ਖਤਮ ਹੋ ਜਾਵੇ, ਦਰਗੁਜਸ਼ਤ ਗੁਜ਼ਰ ਜਾਣ। ਵੇਖੋ ਰਾਜਨੀਤਿਕ ਲੋਕ ਜਿਹੜੇ ਨੇ ਨਾ, ਰਾਜਨੀਤੀ ਤੇ ਕੋਈ ਵੀ ਕਿਤਾਬ ਪੜੋ, ਉਹਦੇ ਵਿੱਚ 3 ਤਰੀਕੇ ਨੇ ਸੁਲ੍ਹਾ ਕਰਨ ਦੇ। ਕਿਹੜੇ ਤਰੀਕੇ ਗੁਰਾਂ ਨੇ ਫਰਮਾਏ ਨੇ ਵੀ ਸਾਰੇ ਤਰੀਕੇ ਫੇਲ ਹੋ ਗਏ ਸੁਲ੍ਹਾ ਦੇ। ਸਾਮ, ਦਾਮ ਤੇ ਭੇਦ। ਸਾਮ ਦਾ ਮਤਲਬ ਹੈ ਵੀ ਦੁਸ਼ਮਣ ਦੇ ਘਰ ਚਲੇ ਜਾਣਾ ਤੇ ਜਾ ਕੇ ਗਲਵਕੜੀ ਵਿੱਚ ਲੈ ਜਾਣਾ ਵੀ ਕਾਹਦਾ ਵੈਰ ਹੈ, ਇਕੱਠੇ ਰਿਹਾ ਕਰੀਏ। ਜਦੋਂ ਸਾਡਾ ਕਿਸੇ ਨਾਲ ਵੈਰ ਹੋਵੇ, ਸਾਡੇ ਕੋਈ ਘਰ ਆ ਜਾਵੇ ਤੇ ਦਿਲ ਪਸੀਜਿਆ ਜਾਂਦਾ ਕਿ ਨਹੀਂ ਵੀ ਇਹ ਤੇ ਘਰ ਹੀ ਆ ਗਿਆ। ਇਹ ਹੈ ਸਾਮ, ਸਮਝੌਤਾ। ਦੂਸਰਾ ਹੈ ਦਾਮ, ਦਾਨ ਦੇ ਕੇ, ਜਿਵੇਂ ਰਾਜਪੂਤ ਲੋਕ ਅਕਬਰ ਨੂੰ ਦਾਨ ਦੇ ਕੇ ਸੰਧੀ ਕਰ ਲੈਂਦੇ ਸਨ। ਤੇ ਤੀਸਰਾ ਭੇਦ, ਭੇਦ ਪ੍ਰਾਪਤ ਕਰ ਲੈਣਾ। ਤੀਸਰਾ ਜਿਹੜਾ ਹੈ ਨਾ ਤਰੀਕਾ, ਇਹਦੇ ਨਾਲ ਗੋਰਿਆਂ ਨੇ ਕੁੱਲ ਦੁਨੀਆ ਤੇ ਰਾਜ ਕੀਤਾ। ਭੇਦ ਲੈ ਲਓ, ਕਿੰਨੀ ਕੁ ਤਾਕਤ ਹੈ। ਕਿਹੜੇ ਬੰਦੇ ਮਾਇਆ ਨਾਲ ਖਰੀਦੇ ਜਾ ਸਕਦੇ ਨੇ? ਪਾੜ ਦੋ ਇਹਨਾਂ, ਪਾੜੋ ਤੇ ਰਾਜ ਕਰੋ। ਜਦੋਂ ਸਾਮ, ਦਾਮ, ਭੇਦ ਤਿੰਨੇ ਤਰੀਕੇ ਫੇਲ ਹੋ ਜਾਣ, ਕੋਈ ਸਮਝੌਤਾ ਨਾ ਹੋਵੇ, ਔਰੰਗਜ਼ੇਬ ਮੈਂ ਕਾਲੀ ਨਹੀਂ ਕੀਤੀ, ਮੈਂ ਦਾਦੇ ਤੋਂ ਸਿੱਖਿਆ ਹੈ। ਜਿਹੜੇ ਮੇਰੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਸਨ, ਜਦੋਂ ਮਾਲਾ ਨੂੰ ਖਤਰਾ ਹੋ ਗਿਆ, ਪੀਰੀ ਨੂੰ ਖਤਰਾ ਹੋ ਗਿਆ, ਉਹਨਾਂ ਮੀਰੀ ਦੀ ਤਲਵਾਰ ਪਹਿਨੀ। ਇਹ ਕੇਵਲ ਗੁਰਾਂ ਨੇ ਨਹੀਂ ਕੀਤਾ। ਪਹਿਲਾਂ ਇਤਿਹਾਸ ਵਿੱਚ ਚਲੇ ਜਾਓ, ਰਾਮ ਜੀ ਦੇ ਇਤਿਹਾਸ ਵਿੱਚ ਚਲੇ ਜਾਓ। ਵਿਸ਼ਵਾਮਿੱਤਰ ਕਰਦਾ ਸੀ ਯੱਗ, ਧਾਰਮਿਕ ਕਰਮ ਕਰਦਾ ਸੀ, ਬੰਦਗੀ ਕਰਦਾ ਸੀ, ਤੇ ਰਾਖਸ਼ ਨਹੀਂ ਸਨ ਕਰਨ ਦਿੰਦੇ। ਹੱਡੀਆਂ ਸੁੱਟ ਦਿਆ ਕਰਨ ਜੱਗ ਵਿੱਚ। ਵਿਸ਼ਵਾਮਿੱਤਰ ਜੀ ਛਤਰੀਆਂ ਕੋਲ ਦੌੜੇ ਹੋਏ ਦਸ਼ਰਥ ਜੀ ਕੋਲ ਗਏ ਵੀ ਮੈਨੂੰ ਮਾਲਾ ਨਹੀਂ ਫੇਰਨ ਦਿੰਦੇ, ਮੈਨੂੰ ਰਾਖਸ਼ ਬੰਦਗੀ ਨਹੀਂ ਕਰਨ ਦਿੰਦੇ, ਮੇਰੀ ਮਦਦ ਕਰੋ। ਉਦੋਂ ਮਾਲਾ ਦੇ ਹੀ ਧਨੀ ਸਨ, ਸ਼ਕਤੀ ਨਹੀਂ ਸੀ, ਤਲਵਾਰ ਦੇ ਧਨੀ ਨਹੀਂ ਸਨ ਸੰਤ। ਤੇ ਦਸ਼ਰਥ ਜੀ ਨੇ ਸ਼੍ਰੀ ਰਾਮ ਦੀ, ਆਪਣੇ ਸੁਪੁੱਤਰਾਂ ਦੀ, ਸ਼੍ਰੀ ਲక్ష్మణ ਦੀ ਡਿਊਟੀ ਲਾਈ ਵੀ ਜਾਓ ਜਾ ਕੇ ਉਹਨਾਂ ਰਾਖਸ਼ਾਂ ਦਾ ਵੱਧ ਕਰ ਦਿਓ। ਤੇ ਤੁਰੇ ਜਾਂਦੇ ਨੇ ਵਿਸ਼ਵਾਮਿੱਤਰ ਨਾਲ। ਰਾਮ ਜੀ ਨੇ ਦੇਖਿਆ ਹੱਡੀਆਂ ਬਹੁਤ ਖਿਲਰੀਆਂ ਨੇ, ਕਹਿੰਦੇ ਕਿਹਦੀਆਂ ਨੇ?
ਕਹਿੰਦੇ ਜੀ ਮਨੁੱਖਾਂ ਦੀਆਂ। ਕੀ ਕਾਰਨ ਹੈ? ਆਖਣ ਲੱਗੇ ਇਹ ਜਿਹੜੇ ਰਾਖਸ਼ ਨੇ ਮਾਸ ਖਾ ਕੇ ਹੱਡੀਆਂ ਜੱਗ ਦੀ ਭੂਮੀ ਵਿੱਚ ਖਿਲਾਰ ਦਿੰਦੇ ਨੇ, ਇਹਨਾਂ ਨੇ ਲੱਗਦਾ ਹੈ ਪਰਮਾਤਮਾ ਦੀ ਪੈਦਾਇਸ਼ ਕੀਤੀ ਹੋਈ ਸ੍ਰਿਸ਼ਟੀ ਚੋਂ ਮਨੁੱਖ ਖਤਮ ਕਰ ਦੇਣੇ ਨੇ। ਤੇ ਰਾਮ ਜੀ ਨੇ ਧਨੁਖ ਟਣਕਾ ਕੇ ਇੱਕ ਪ੍ਰਤਿਗਿਆ ਕੀਤੀ ਸੀ ਵੀ ਮੈਂ ਇਸ ਦੁਨੀਆ ਵਿੱਚੋਂ ਰਾਖਸ਼ ਖਤਮ ਕਰ ਦਿਆਂਗਾ, ਮੈਂ ਜੜ੍ਹਾਂ ਪੁੱਟ ਦਿਆਂਗਾ ਇਹਨਾਂ ਦੀਆਂ। ਖੈਰ ਖਤਮ ਤੇ ਨਹੀਂ ਹੋਏ, ਇੱਛਾ ਬੜੀ ਵਧੀਆ ਸੀ, ਕਿਉਂਕਿ ਕ੍ਰਿਸ਼ਨ ਦੇ ਵੇਲੇ ਵੀ ਰਾਖਸ਼ ਰਹੇ ਨੇ। ਔਰੰਗਜ਼ੇਬ ਤੂੰ ਰਾਖਸ਼ ਹੈ ਤੇ ਪਹਿਲੇ ਦਿਨ ਤੋਂ ਹੀ ਅਵਤਾਰੀ ਪੁਰਸ਼ਾਂ ਦਾ ਕਰਮ ਹੈ ਰਾਖਸ਼ਾਂ ਨੂੰ ਖਤਮ ਕਰਨਾ। ਤੂੰ ਸਾਡੇ ਘਰ ਦੀ ਨਿਮਰਤਾ ਨੂੰ, ਸਾਡੇ ਘਰ ਦੀ ਮਾਲਾ ਨੂੰ ਇਉਂ ਸਮਝ ਲਿਆ ਵੀ ਜਿਵੇਂ ਅਸੀਂ ਬੁਝਦਿਲ ਨਾ, ਸਾਡੀ ਨਿਮਰਤਾ ਨੂੰ ਬੁਝਦਿਲੀ ਸਮਝ ਕੇ ਬੈਠ ਗਿਆ। ਤੇ ਮੇਰੇ ਦਾਦਾ ਜੀ ਨੇ ਫਿਰ ਇੱਕ ਕਰਮ ਕੀਤਾ ਸੀ, ਅੱਜ ਤੋਂ ਬਾਅਦ ਸੰਤਾਂ ਨੂੰ ਕਿਸੇ ਦੇ ਦਰ ਤੇ ਜਾ ਕੇ ਰੱਖਿਆ ਕਰਨ ਲਈ ਭੀਖ ਮੰਗਣ ਦੀ ਲੋੜ ਨਹੀਂ। ਐਸੇ ਸੰਤ ਸਿਪਾਹੀ ਤਿਆਰ ਕਰ ਦਿੱਤੇ, ਇੱਕ ਹੱਥ ਵਿੱਚ ਮਾਲਾ ਤੇ ਜਿਹੜਾ ਮਾਲਾ ਨੂੰ ਹੱਥ ਪਾਵੇਗਾ ਉਹਦਾ ਜਵਾਬ ਮੀਰੀ ਦੇ ਨਾਲ, ਤਲਵਾਰ ਦੇ ਨਾਲ ਦਿੱਤਾ ਜਾਵੇਗਾ। ਅਸੀਂ ਉਸ ਦਿਨ ਤੋਂ ਰਾਜਿਆਂ ਅੱਗੇ ਹੱਥ ਜੋੜਨੇ ਛੱਡ ਦਿੱਤੇ। ਕਲਗੀਧਰ ਕਹਿੰਦੇ ਔਰੰਗਜ਼ੇਬ ਤਲਵਾਰ ਚੁੱਕ ਲਈ, ਤੇ ਜੇ ਤੂੰ ਆਖੇ ਨਾ ਜੀ ਇਹ ਜਿਹੜੀ ਤਲਵਾਰ ਚੁੱਕੀ ਏ ਤੇ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਇੱਕ ਨਿਆਰਾਪਨ ਹੈ, ਤੁਹਾਡੇ ਗੁਰੂ ਨਾਨਕ ਸਾਹਿਬ ਤੇ ਇਹ ਕਰਦੇ ਨਹੀਂ ਸਨ। ਤੇ ਕਹਿੰਦੇ ਤੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਧਿਆਨ ਨਾਲ ਨਹੀਂ, ਕਈ ਕਹਿ ਦਿੰਦੇ ਜੀ ਕਲਗੀਆਂ ਵਾਲਾ ਬੜਾ ਗਰਮ ਸੀ, ਬਾਪੂ ਨਾਨਕ ਤੇ ਠੰਡਾ। ਹੱਦ ਹੋ ਗਈ ਓਏ, ਜੋਤ ਇੱਕ ਹੈ, ਸਰੀਰ 10 ਨੇ, ਤੂੰ ਫਰਕ ਪਾ ਦਿੱਤਾ। ਔਰੰਗਜ਼ੇਬ ਗੁਰੂ ਨਾਨਕ ਕਹਿੰਦੇ ਨੇ ਮੂਰਖ ਗੰਢ ਪਵੇ ਮੋਹੇ ਮਾਰ। ਜਿਹੜਾ ਮੂਰਖ ਬੰਦਾ ਗੱਲਾਂ ਨਾ ਸਮਝੇ, ਮੋਹੇ ਮਾਰ ਮੂੰਹ ਤੇ ਜੁੱਤੀਆਂ ਖਾਂਦਾ, ਉਹਨੂੰ ਮਾਰਨਾ ਪੈਂਦਾ, ਉਹਦਾ ਜਵਾਬ ਦੇਣਾ ਹੀ ਪੈਂਦਾ ਜਿਹੜਾ ਨਾ ਟਲੇ। ਇਸ ਕਰਕੇ ਆਖਣ ਲੱਗੇ ਔਰੰਗਜ਼ੇਬ ਮੈਂ ਕਾਲੀ ਨਹੀਂ ਕੀਤੀ, ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਗਏ। ਚੂਕਾਰ ਅਜ਼ਹਮਾ ਹੀਲ ਤੇ ਦਰਗੁਜਸ਼, ਫਿਰ ਕੀ ਕੀਤਾ? ਹਲਾਲ ਧਰਮ ਅਸਤ ਹੈ, ਫਿਰ ਸੂਰਮਿਆਂ ਦਾ ਧਰਮ ਹੈ ਹਲਾਲ ਅਸਤ, ਬੁਰਦਨ ਬਾ ਸ਼ਮਸ਼ੀਰ ਦਸਤ। ਫਿਰ ਸੂਰਮਿਆਂ ਦਾ ਧਰਮ ਹੈ ਬੁਰਦਨ ਲੈ ਜਾਣਾ, ਸ਼ਮਸ਼ੀਰ ਦੇ ਦਸਤੇ ਤੇ ਹੱਥ ਲੈ ਜਾਣਾ। ਜਦੋਂ ਮੇਰੀ ਮਾਲਾ ਨੂੰ ਹੱਥ ਪਾਇਆ, ਮੈਂ ਸ਼ਮਸ਼ੀਰ ਦੇ ਉੱਤੇ ਆਪਣਾ ਦਸਤ ਲੈ ਗਿਆ। ਇਹ ਹਰ ਸੂਰਮੇ ਦਾ ਧਰਮ ਹੈ। ਰਾਮ ਜੀ ਵੀ ਲਿਜਾਂਦੇ ਰਹੇ ਨੇ, ਕ੍ਰਿਸ਼ਨ ਜੀ ਵੀ ਲਿਜਾਂਦੇ ਰਹੇ ਨੇ, ਤੁਹਾਡੇ ਹੁਸੈਨ ਨੇ ਵੀ ਕਰਬਲਾ ਦੇ ਮੈਦਾਨ ਵਿੱਚ ਹੱਥ ਰੱਖਿਆ ਤੇ ਮੈਨੂੰ ਵੀ ਰੱਖਣਾ ਪੈ ਗਿਆ। ਮਾੜੀ ਗੱਲ ਕੀ ਹੈ? ਤੇ ਆਖਣ ਲੱਗਾ ਮਹਾਰਾਜ ਤੁਸੀਂ ਘੜੀ ਕੀ ਉਡੀਕ ਲੈਂਦੇ, ਇਤਬਾਰ ਕਰ ਲੈਂਦੇ, ਮੇਰੀਆਂ ਸਹੁਆਂ ਦਾ ਇਤਬਾਰ ਕਰ ਲੈਂਦੇ, ਮੇਰੇ ਸਿਪਾਹੀਆਂ ਤੁਹਾਨੂੰ ਕੁਝ ਨਹੀਂ ਸੀ ਆਖਦੇ। ਕਹਿੰਦੇ ਔਰੰਗਜ਼ੇਬ ਪਾਣੀ ਸਿਰੋਂ ਲੰਘ ਜਾਵੇ, ਪਾਪੀ ਨੂੰ ਦੰਡ ਦੇਣਾ ਪੈਂਦਾ ਹੈ। ਜਿਹੜੀ ਤੂੰ ਕਸਮ ਵਾਲੀ ਗੱਲ ਕੀਤੀ, ਜੇ ਕਸਮੇ ਕੁਰਾ ਮਨ ਕੁਨਮ ਐਤਬਾਰ, ਵਗਰ ਨਹਿ ਤੂੰ ਗੋਈ ਮਨੀ ਰਹਿ ਚੇਕਾਰ। ਕਸਮੇ ਕੁਰਾ ਕਹਿੰਦੇ ਮੈਂ ਤੇਰਾ ਇਤਿਹਾਸ ਚੰਗੀ ਤਰ੍ਹਾਂ ਜਾਣਦਾ, ਤੂੰ ਇਹ ਸਹੁੰ ਪਹਿਲੀ ਵਾਰ ਨਹੀਂ ਖਾਧੀ। ਇਹਦਾ ਇੱਕ ਭਰਾ ਸੀ ਮੁਰਾਦ ਬਖਸ਼, ਦਾਰਾ ਸ਼ਿਕੋ ਰਾਜ ਕਰਦਾ ਸੀ ਬਹਾਦਰ ਸ਼ਾਹ ਦਾ ਇਹ ਵਾਹਿਗੁਰੂ ਸ਼ਾਹਜਹਾਨ ਦਾ ਬੇਟਾ, ਜੋ ਇਹਦਾ ਭਰਾ ਸੀ ਔਰੰਗੇ ਦਾ। ਇਹ ਤਖਤ ਮੱਲਣ ਦੀ ਬੜੀ ਮਨਸ਼ਾ ਰੱਖਦਾ ਸੀ ਔਰੰਗਾ, ਤੇ ਇਹਨੇ ਮੁਰਾਦ ਬਖਸ਼ ਨੂੰ ਆਖਿਆ ਵੀ ਵੀਰ ਮੇਰੀ ਗੱਲ ਸੁਣ, ਜਿਹੜਾ ਦਾਰਾ ਸ਼ਿਕੋ ਇਹ ਤੇ ਸਾਧਾਂ 'ਚ ਹੀ ਬੈਠਾ ਰਹਿੰਦਾ, ਇਹਨੇ ਰਾਜ ਭਾਗ ਮੁਗਲਾਂ ਦਾ ਗਵਾ ਦੇਣਾ, ਤੇ ਮੈਂ ਚਾਹੁੰਦਾ ਵੀ ਰਲ ਕੇ ਇਹਨੂੰ ਖਤਮ ਕਰ ਦਈਏ। ਜਦੋਂ ਇਹ ਦਾਰਾ ਸ਼ਿਕੋ ਖਤਮ ਹੋ ਗਿਆ, ਮੈਂ ਕਾਬੇ ਹੱਜ ਕਰਨ ਚਲੇ ਜਾਣਾ, ਮੇਰੀ ਬੜੀ ਇੱਛਾ ਹੈ। ਤੇ ਮੈਂ ਕਸਮ ਖਾਨਾ ਕੁਰਾਨ ਦੀ
ਵੀ ਜਦੋਂ ਦਾਰਾ ਸ਼ਿਕੋ ਮਾਰਿਆ ਗਿਆ ਮੈਂ ਕਾਬੇ ਚਲਿਆ ਜਾਣਾ ਤੇ ਤੈਨੂੰ ਤਖਤ ਬਖਸ਼ ਦਿਆਂਗਾ। ਮੁਰਾਦ ਬਖਸ਼ੇ ਦੀਆਂ ਗੱਲਾਂ ਵਿੱਚ ਆ ਗਿਆ। ਦਾਰਾ ਸ਼ਿਕੋ ਮਾਰਿਆ ਗਿਆ, ਸੰਤ ਰੂਪ ਸੀ ਮਾਰਿਆ ਗਿਆ, ਪਿਓ ਨੂੰ ਕੈਦ ਕੀਤਾ। ਮੁਰਾਦ ਬਖਸ਼ ਨੂੰ ਆ ਜਿਹੜਾ ਗਵਾਲੀਅਰ ਦਾ ਕਿਲਾ ਇਹਦੇ ਵਿੱਚ ਅੱਜ ਵੀ ਕੁੰਡੇ ਮੌਜੂਦ ਨੇ, ਉਹਨਾਂ ਨਾਲ ਬੰਨ ਕੇ ਮਾਰਿਆ ਗਿਆ। ਔਰੰਗਜ਼ੇਬ ਤੂੰ ਤਖਤ ਦੀ ਖਾਤਰ ਪਿਓ ਨਹੀਂ ਛੱਡਿਆ, ਭਰਾ ਨਹੀਂ ਛੱਡੇ, ਆਪਣੀ ਭੈਣ ਦਾ ਖਸਮ ਔਰੰਗਜ਼ੇਬ ਤੂੰ ਮਾਰਿਆ। ਭਤੀਏ ਤੂੰ ਕਤਲ ਕੀਤੇ ਨੇ ਤੇ ਤੇਰੀ ਕਸਮ ਤੇ ਮੈਂ ਯਕੀਨ ਕੀਤਾ ਹੈ ਨਾ। ਕਿਉਂ ਕੀਤਾ? ਵੀ ਤੂੰ ਧਾਰਮਿਕ ਗ੍ਰੰਥ ਦੀ ਕਸਮ ਖਾਧੀ ਹੈ ਤੇ ਜਿੱਦਾਂ ਤੂੰ ਆਪਣੇ ਪਰਿਵਾਰ ਦੇ ਨਾਲ ਛਲ ਕੀਤਾ ਈ। ਔਰੰਗਜ਼ੇਬ ਨੂੰ ਆਖਣ ਲੱਗੇ ਚੇ ਕਸਮੇ ਕੁਰਾਮਨ ਕੁਨਮ ਐਤਬਾਰ, ਮੈਂ ਮਨ ਵਿੱਚ ਮੈਂ ਐਤਬਾਰ ਕੀਤਾ ਤੇਰੀ ਕਸਮ ਦਾ ਤੇ ਹੱਥ ਮੇਰੇ ਕੀ ਲੱਗਾ। ਵਗਰ ਨਾ ਹੈ ਤੂੰ ਗੋਈ ਮਨ ਹੀ ਰਹਿ ਚੇਕਾਰ। ਕਹਿੰਦੇ ਫਿਰ ਮੈਂ ਯਕੀਨ ਕੀਤਾ ਤੇ ਆਖਣ ਲੱਗੇ ਆ ਜਿਹੜਾ ਦਿਨ ਮੇਰੇ ਤੇ ਆਇਆ ਨਾ, ਜਿਹੜੇ ਰਸਤੇ ਅੱਜ ਮੈਂ ਤੁਰਿਆ ਆਨੰਦਾਪੁਰੀ ਤੋਂ ਹੁੰਦਾ ਸਰਸਾ ਵਿੱਚ ਪਰਿਵਾਰ ਰੁੜ ਗਿਆ। ਨੰਗੇ ਪੈਰੀ ਮਾਛੀਵਾੜੇ ਦੇ ਕੰਡਿਆਂ ਤੇ ਤੁਰਿਆ ਮੈਂ, ਸੇਜ ਉਥੇ ਕੰਡਿਆਂ ਦੀ ਵਿਛਾਈ ਹੈ। ਅੱਜ ਮੈਂ ਕਾਂਗੜ ਪਹੁੰਚਿਆ ਤੇ ਕੀ ਕਾਰਨ ਸੀ? ਕਿਉਂਕਿ ਤੂੰ ਕਸਮ ਖਾਧੀ ਸੀ ਕੁਰਾਨ ਦੀ, ਆਨੰਦਾਂ ਦੀ ਪੁਰੀ ਛੱਡੋ, ਕਾਂਗੜੇ ਆ ਜਾਓ, ਤੁਹਾਡਾ ਕੋਈ ਪਿੱਛਾ ਨਹੀਂ ਕਰੇਗਾ ਤੇ ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਕੇ ਸੁਲਾ ਕਰ ਲਵਾਂਗਾ। ਤੇ ਤੇਰੀ ਕਸਮ ਸੀ ਨਾ ਤੇ ਮੈਂ ਕਾਂਗੜ ਆ ਗਿਆ। ਤੇ ਤੂੰ ਪਤਾ ਕੀ ਕੀਤਾ? ਇਹ ਕੋਈ ਹਿੰਦ ਦੇ ਬਾਦਸ਼ਾਹ ਨੂੰ ਰੱਬੀ ਤਾਕਤ ਹੀ ਲਿਖ ਸਕਦੀ ਹੈ। ਆਖਣ ਲੱਗੇ ਨਾ ਦਾਨਮ ਕੇ ਈ ਮਰਦ ਰੋਬਾਹੇ ਪੇਚ, ਵਗਰ ਹਰਗਿਜ਼ੀ ਰਹਿਨੇ ਆਰਦ ਬਹੇਚ। ਨਾ ਦਾਨਮ ਬੰਦੇ ਦੀ ਸੁਰਤੀ ਬਿਰਤੀ ਮਨੁੱਖਾ ਜਾਮਾ ਹੈ। ਉਸ ਤਰੀਕੇ ਨਾਲ ਥੋੜਾ ਜਿਹਾ ਲਿਖ ਰਹੇ ਨੇ, ਸ਼ੋਅ ਕਰਦੇ ਨੇ। ਨਾ ਦਾਨਮ ਮੈਂ ਨਹੀਂ ਸੀ ਜਾਣਦਾ ਕਿ ਮੈਂ ਨਹੀਂ ਸੀ ਜਾਣਦਾ ਕਿ ਮੈਂ ਜਿਸ ਮਰਦ ਦੀਆਂ ਕਸਮਾਂ ਤੇ ਯਕੀਨ ਕਰ ਰਿਹਾ, ਮੈਂ ਔਰੰਗਜ਼ੇਬ ਤੈਨੂੰ ਮਰਦ ਸਮਝਿਆ, ਤੇਰੀਆਂ ਕਸਮਾਂ ਨੂੰ ਮੈਂ ਸੱਚ ਸਮਝਿਆ ਹੈ। ਮੈਂ ਨਹੀਂ ਸੀ ਜਾਣਦਾ ਜਿਹਨੂੰ ਮੈਂ ਮਰਦ ਸਮਝਦਾ ਨਾ, ਹਿੰਦੁਸਤਾਨ ਤੇ ਤਖਤ ਬੈਠੇ ਹੋਏ ਨੂੰ ਰੋ ਬਾਹੇ ਪੇਚ, ਰੋ ਬਾਹੇ ਲੂੰਬੜੀ। ਉਹ ਲੂੰਬੜੀ ਨੂੰ ਵੀ ਬੱਤਰ ਹੈ, ਉਹ ਤੇ ਲੂੰਬੜ ਹੈ। ਆਪਾਂ ਨੂੰ ਪਤਾ ਵੀ ਲੂੰਬੜ ਵਰਗਾ ਚੁਸਤ ਚਲਾਕ ਕੋਈ ਜਾਨਵਰ ਨਹੀਂ ਹੁੰਦਾ। ਜੇ ਮੈਂ ਜਾਣਦਾ ਹੁੰਦਾ ਵੀ ਤੂੰ ਮਰਦ ਨਹੀਂ, ਕੇਵਲ ਲਿਬਾਸ ਪਾਇਆ ਤੂੰ ਲੂੰਬਣ ਹੈ, ਵਗਰ ਹਰਗਿਜ਼ੀ ਰਹਿਨੇ ਆਰਦ ਬਹੇਚ, ਫਿਰ ਮੈਂ ਹਰਗਿਜ਼ ਰੰਚਕ ਮਾਤਰ ਵੀ ਤੇਰੇ ਵਰਗੇ ਲੂੰਬੜ ਦੇ ਉੱਤੇ ਯਕੀਨ ਨਹੀਂ ਸੀ ਕਰਨਾ। ਤੇਰੇ ਬਹਾਨਿਆਂ ਕਰਕੇ ਨੰਦਾਂ ਦੀ ਪੁਰੀ ਨਹੀਂ ਸੀ ਛੱਡਣੀ। ਤੂੰ ਲੂੰਬੜ ਹੈ ਤੇ ਲੂੰਬੜ ਵਾਲਾ ਕਰਮ ਤੂੰ ਕੀ ਕੀਤਾ? ਮੈਨੂੰ ਆਖਿਆ ਆਨੰਦਪੁਰ ਛੱਡ ਦਿਓ, ਮੈਂ ਛੱਡ ਦਿੱਤਾ। ਮੈਨੂੰ ਆਖਿਆ ਕਾਂਗੜ ਚਰਨਾਂ ਵਿੱਚ ਪਹੁੰਚਾਂਗਾ ਤੇ ਲੂੰਬੜ ਵਾਂਗੂ ਫਰੇਬ ਕਰਕੇ ਆਪ ਦੱਖਣ ਨੂੰ ਦੌੜ ਗਿਆ। ਦੱਸ ਤੂੰ ਮਰਦ ਹੈ? ਇਹ ਬਾਦਸ਼ਾਹ ਨੂੰ ਕਿਹਾ ਜਾ ਰਿਹਾ ਵੀ ਤੈਨੂੰ ਮਰਦੀ ਨਹੀਂ ਸਮਝਦਾ, ਤੂੰ ਤੇ ਇੱਕ ਲੂੰਬੜ ਨਾਲੋਂ ਵੀ ਬਦਤਰ ਪੁਰਸ਼ ਹੈ। ਦੱਖਣ ਨੂੰ ਚਲਾ ਗਿਆ, ਤੈਨੂੰ ਝੂਠਿਆਂ ਕਰਕੇ ਰੰਗਿਆ ਮਾਰਾਂਗਾ। ਅੱਜ ਵੀ ਦੱਖਣ ਵਿੱਚ ਐ ਤੂੰ ਤੇ ਮੈਂ ਕਾਂਗੜ ਉਡੀਕਦਾ ਤੈਨੂੰ। ਅੱਗੇ ਸਾਹਿਬ ਫਰਮਾਉਂਦੇ ਨੇ, ਵੇਖ ਬਗਰ ਹਰਗਿਜ਼ੀ ਰਹਿਨੇ ਆਰਦ ਬਹੇਚ, ਮੈਂ ਹਰਗਿਜ਼ ਵੀ ਆਨੰਦਪੁਰ ਨਹੀਂ ਸੀ ਛੱਡਣਾ ਜੇ ਤੂੰ ਲੂੰਬੜਾਂ ਵਾਲੀ ਚਾਲ ਨਾ ਖੇਡਦਾ। ਕੋਈ ਘਰ ਛੱਡਣਾ ਚਾਹੁੰਦਾ ਭਲਾ? ਅਗਲੇ ਸ਼ੇਰ ਵਿੱਚ ਫਰਮਾਨ ਕਰਦੇ ਨੇ, ਹਰਾਂ ਕੰਸ ਕੇ ਕੌਲੇ ਕੁਰਾਂ ਆਏ ਦਸ਼, ਨਜ਼ੋ ਬਸ਼ਤਨੋ ਕੁਸ਼ਤਨੋ ਬਾਏ ਦਸ਼। ਹਰਾਂਕਸ ਕਹਿੰਦੇ ਰੰਗਿਆ ਤੇਰੀ ਜਿਹੜੀ ਕੁਰਾਨ ਹੈ ਮੈਂ ਇਹਦਾ ਅਦਬ ਕਰਦਾ, ਮੈਂ ਉਸ ਗ੍ਰੰਥ ਦਾ ਸਤਿਕਾਰ ਕਰਦਾ ਜਿਹੜਾ ਗ੍ਰੰਥ ਕੇਵਲ ਅਕਾਲ ਦੀ ਪੂਜਾ ਲਈ ਪ੍ਰੇਰਦਾ ਹੈ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹੋ ਨਾ ਤੇ ਕੁਰਾਨ ਦੀ ਸਿੱਖਿਆ ਬਹੁਤ ਇਹਦੇ ਨਾਲ ਮੇਲ ਖਾਵੇਗੀ। ਮੁਸਲਮਾਨ ਵੀਰਾਂ ਦਾ ਵੀ ਇਹ ਨਿਰਣਾ ਵੀ ਰੱਬ ਨੇ ਵਡਿਆਈ ਬਖਸ਼ੀ ਹੈ
ਤੁਹਾਨੂੰ ਗੁਣ ਬਖਸ਼ੇ ਨੇ ਤੇ ਕੇਵਲ ਉਹਦੀ ਪੂਜਾ ਹੋਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਵੀ ਫਰਮਾਉਂਦੇ ਨੇ, ਸਾਹਿਬ ਸੱਚੇ ਪਾਤਸ਼ਾਹ ਵੀ ਜ਼ਿਕਰ ਕਰਦੇ ਨੇ, ਕਹਿੰਦੇ ਨੇ ਉਸਤਤ ਮਨ ਮਹਿ ਕਰ ਨਿਰੰਕਾਰ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਵੀ ਵਡਿਆਈ ਕਰਨੀ ਕੱਚਿਆਂ ਕੂਲਿਆਂ ਦੀ ਨਹੀਂ, ਨਿਰੰਕਾਰ ਦੀ ਕਰਿਆ ਕਰ, ਕਿਉਂਕਿ ਸਭ ਦੇਵੀ ਦੇਵਤਿਆਂ ਸਤਿਪੁਰਸ਼ਾਂ ਨੂੰ ਬਣਾਉਣ ਵਾਲਾ ਸਾਰਾ ਸੁੱਖ ਤੈਨੂੰ ਸਾਧਨ ਤੈਨੂੰ ਉਹਨੇ ਬਖਸ਼ੇ ਨੇ। ਉਹਦਾ ਅਹਿਸਾਨ ਲਾਇਆ ਕਰ ਬੰਦਗੀ ਕਰਕੇ। ਤੇ ਕਿਤੇ ਕੁਰਾਨ ਨੂੰ ਪੜ੍ਹ ਲਓ ਤੁਸੀਂ, ਅਲ ਫਾਤੀਹਾ, ਕੁਰਾਨ ਦੇ ਵਿੱਚ ਪੜ੍ਹੋ ਅਲ ਫਾਤੀਹਾ ਦੇ ਵਿੱਚ ਵੀ ਐ ਬੰਦੇ ਪ੍ਰਸ਼ੰਸਾ ਅਗਰ ਕਰਨੀ ਹੈ तो एक अल्लाह की कर, क्योंकि वो अल्लाह सबका खुदा है, सबका मालिक है, सबका रब है। ते मैं ते रब दी उस्तत लिखी है कुरान विच, तां एदा अदब इना करदा सी, मैं भी एदी कसम ना खांदा ते तू झूठिया। एदी कसम खादी है फिर निभाई नहीं। हरां कस के कौले कुरान आए दश, जे कोई तेरे वांग कसम खावे कुरान दी ते मेरे वर्गा कोई पुरुष उस कसम ते यकीन कर लवे ते ओनू सिट्टा ये नहीं देना चाहिए भी ओदा परिवार शहीद कर दिओ। जे कोई रब दी कसम थले आ जावे अपना, जदों कोई फैसला कोई न्याय हुंदा, कोई आख दवे झूठा बंदा भी मैं गुरु ग्रंथ साहिब दी कसम खाना है, ਅਸੀਂ ਚੁੱਪ ਕਰਕੇ ਵਾਪਸ ਪਰਤ ਆਉਨੇ ਆ ਵੀ ਇਹਦੋਂ ਪਰੇ ਕੁਝ ਨਹੀਂ। ਕਸਮ ਖਾ ਲਈ ਹੈ, ਝੂਠਾ ਹੈ ਜਾਂ ਸੱਚਾ ਗੁਰੂ ਗੋਬਿੰਦ ਸਿੰਘ ਵੇਖੇਗਾ। ਮੈਂ ਰੱਬ ਦੇ ਨਾਂ ਤੇ ਤੇਰੀ ਕਸਮ ਦਾ ਯਕੀਨ ਕੀਤਾ ਹੈ, ਤੇ ਜਿਹੜੇ ਕਸਮ ਦਾ ਯਕੀਨ ਕਰਦੇ ਨੇ ਉਹਨਾਂ ਨਾਲ ਪਤਾ ਕੀ ਹੋਣਾ ਚਾਹੀਦਾ ਹੈ, ਜੋ ਤੂੰ ਕੀਤਾ ਇਹ ਤੇ ਹਰਗਿਜ਼ ਨਹੀਂ। ਉਹਨਾਂ ਨੂੰ ਆਖਣ ਲੱਗੇ हरा कस के कौले कुरान आए दश, नजो बश्तनो कुश्तनो बाए दश। नजो नहीं बश्तनो गिरफ्तार, कुश्तनो को के मारना। जेड़े कसम थले आ जाण ना ते उन्हां नूं औरंगजेब गिरफ्तारी करना बनता है, ते ना उन्हां नूं को के बाए दश मारना चाहिए। ਜਿਹੜੇ ਕਸਮ ਥੱਲੇ ਆ ਜਾਣ ਪਰ ਤੂੰ ਤੇ ਕੋਈ ਕੌਲ ਵੀ ਨਹੀਂ ਪੁਗਾਦਾ। ਆਪੇ ਹੀ ਸਵਾਲ ਜਵਾਬ ਕਹਿੰਦੇ, ਜੇ ਤੂੰ ਆਖੇ ਨਾ ਉਹ ਮੇਰੇ ਆਦਮੀ ਨਹੀਂ, ਉਹ ਤੇ ਡਾਕੂ ਹੋਣਗੇ, ਚੋਰ ਹੋਣਗੇ, ਲੁਟੇਰੇ ਹੋਣਗੇ, ਬਾਈ ਧਾਰੀਏ ਰਾਜਪੂਤ ਹੋਣਗੇ। ਜੇ ਕਹਿੰਦੇ ਔਰੰਗਜ਼ੇਬ ਤੂੰ ਇਹ ਗੱਲ ਆਖੇ, ਬਰੰਗੇ ਮਗਸ ਸਿਆਹ ਪੋਸ਼ ਆਮਦਨ, ਬਾਯਕੇ ਬਾਰਗੀ ਦਰ ਖਰੋ ਸ਼ਾਮਦਨ। ਬਰੰਗੇ ਰੰਗੇ ਹੋਏ, ਕਹਿੰਦੇ ਤੂੰ ਕਹਿਣਾ ਵੀ ਮੇਰੇ ਬੰਦੇ ਨਹੀਂ ਸਨ। ਮਗਸ ਕਹਿੰਦੇ ਨੇ ਡੂਮਣੇ ਦੀ ਮੱਖੀ ਨੂੰ, ਕਾਲੀ ਮੱਖੀ ਨੂੰ ਕਹਿ ਲੋ, ਜਾਂ ਜਿਹੜੀ ਮੱਖੀ ਵਾਰਾ ਫਿਰਦੀ ਹੈ, ਕਿਤੇ ਗੰਦਗੀ ਤੇ ਬਹਿ ਜਾਂਦੀ, ਕਿਤੇ ਸੁਹੱਪਣ ਤੇ। ਕਹਿੰਦੇ ਕਾਲੀਆਂ ਮੱਖੀਆਂ ਦਾ ਝੁੰਡ ਜਿਹੜਾ ਬੈਂ ਬੈਂ ਕਰਦਾ ਆ ਜਾਂਦਾ ਹੈ ਨਾ, ਮੱਖੀ ਕਿਤੇ ਕਮਰੇ 'ਚ ਕੱਲੀ ਵੀ ਹੋਵੇ ਤੇ ਕੰਨ ਕੋਲ ਆ ਜਾਵੇ, ਵੇਖਿਓ ਕਿੰਨਾ ਸ਼ੋਰ ਕਰਦੀ। ਕਹਿੰਦੇ ਜਿਵੇਂ ਮੱਖੀਆਂ ਦਾ ਕਾਲਾ ਰੰਗ ਹੁੰਦਾ ਹੈ, ਤੇਰੇ ਸਿਪਾਹਲਾਰ, ਤੇਰੇ ਸਿਪਾਹੀ ਸਿਪਾਹਦਾਰ ਕਾਲੇ ਰੰਗ ਦੀਆਂ ਪੋਸ਼ ਸਿਆਹ ਕਾਲਾ ਕਾਲੀਆਂ ਪੋਸ਼ਾਕਾਂ ਆਮਦੰਦ ਪਹਿਨ ਕੇ ਆਏ ਨੇ। ਤੇ ਆਏ ਪਤਾ ਕਿੱਦਾਂ ਨੇ? ਬਾ ਯਕੇ ਬਾਰਗੀ ਦਰ ਖਰੋਸ਼ ਆਮਦਨ, ਇੱਕੋ ਵਾਰੀ ਬਾ ਯਕ ਇੱਕੋ ਵਾਰੀ, ਬਾਰਗੀ ਵਾਰੀ, ਦਰ ਅੰਦਰ, ਖਰੋਸ਼ ਸ਼ੋਰ ਨਾਲ, ਆਮਦਨ ਜਿਵੇਂ ਮੱਖੀਆਂ ਦਾ ਝੁੰਡ ਸ਼ੋਰ ਕਰਦਾ ਆਉਂਦਾ, ਇਉਂ ਬੈਂ ਬੈਂ ਕਰਦੇ, ਮਾਰ ਲਓ ਫੜ ਲਓ ਵੱਢ ਕੇ ਲੈ ਜਾਵਾਂਗੇ ਕਲਗੀਆਂ ਵਾਲੇ ਨੂੰ। ਸ਼ੋਰ ਕਰਦੇ ਹੋਏ ਮੇਰੇ ਘੇਰੇ ਘੇਰੇ ਆ ਗਏ। ਮਹਾਰਾਜ ਮੱਖੀ ਕਿਉਂ ਕਿਹਾ? ਮੇਰੇ ਸੈਨਾ ਵਾਲੇ ਸਿਪਾਹੀਆਂ। ਵੇਖੋ ਗੁਰੂ ਨਾਨਕ ਦਾ ਘਰ ਹੈ ਕਮਲ ਫੁੱਲ ਵਰਗਾ ਪਵਿੱਤਰ। ਰੱਬ ਦਾ ਘਰ ਭਾਵੇਂ ਉਹ ਮੰਦਿਰ ਹੈ, ਮਸਜਿਦ ਹੈ, ਗੁਰਦੁਆਰਾ ਹੈ, ਪਵਿੱਤਰ ਹੈ। ਤੂੰ ਝਗੜੇ ਆਪਣੇ ਬਾਹਰ ਰੱਖ। ਹੁਣ
ਕਹਿੰਦੇ ਵੇਖ ਮੱਖੀ ਦਾ ਸੁਭਾਅ ਵੀ ਗੰਦਗੀ ਤੇ ਵਿਸ਼ਟਾ ਤੇ ਵੀ ਬਹਿ ਜਾਂਦੀ ਹੈ ਤੇ ਦਿਲ ਕਰੇ ਤੇ ਕਮਲ ਦੇ ਫੁੱਲ ਤੇ ਵੀ ਬਹਿ ਜਾਂਦੀ ਹੈ। ਮੈਂ ਉਹਨੂੰ ਮਰਦ ਨਹੀਂ ਸਮਝਦਾ ਜਿਹੜਾ ਗੁਰੂ ਨਾਨਕ ਦੇ ਘਰ ਦੇ ਉੱਤੇ ਆ ਕੇ ਬਹਿ ਜਾਵੇ, ਨਿਗਾਹ ਰੱਖੇ, ਰੱਬ ਦੇ ਘਰ ਤੇ ਚੜ ਕੇ ਆ ਜਾਵੇ। ਤੇ ਮੱਖੀਆਂ ਦਾ ਕੰਮ ਹੈ, ਨਾ ਗੰਦਗੀ ਵੇਂਦੀਆਂ ਨਾ ਚੰਗਿਆਈ ਵੇਂਦੀਆਂ, ਮੱਖੀਆਂ ਵਾਂਗੂ ਮੇਰਾ ਘਰ ਵੀ ਨਹੀਂ ਛੱਡਿਆ, ਕਮਲ ਦੇ ਫੁੱਲ ਤੇ ਵੀ ਗੰਦਗੀ ਪਾਉਣ ਆ ਗਿਆ। ਤੇਰੀਆਂ ਕਾਲੀਆਂ ਮੱਖੀਆਂ ਸਨ, ਇੱਕੇ ਦਮ ਟੁੱਟ ਕੇ ਆਖਣ ਲੱਗੇ ਜੋ ਪੈ ਗਏ, ਰੌਲਾ ਪਾਉਂਦੇ ਹੋਏ ਆਏ ਸਨ। ਅੱਗੇ ਆਖਣ ਲੱਗੇ, ਹੁਣ ਜ਼ਿਕਰ ਕਰਨ ਲੱਗੇ ਨੇ ਵੀ ਵੇਖ ਜਦੋਂ ਸ਼ੇਰ ਫੁੰਕਾਰਾ ਮਾਰਦਾ ਨਾ, ਦਹਾੜਦਾ, ਤੇ ਮੱਖੀਆਂ ਦਾ ਝੁੰਡ ਕੀ ਕਰੇਗਾ। ਟੁੱਟ ਕੇ ਕਹਿੰਦੇ ਮੈਨੂੰ ਮੱਖੀਆਂ ਵਾਂਗੂ ਹੀ ਪਏ ਨੇ। ਤੇ ਜਦੋਂ ਮੈਂ ਸ਼ੇਰ ਵਰਗੀ ਦਹਾੜ ਮਾਰੀ ਹੈ ਤੇ ਵੇਖੋ ਬਾਪੂ ਕਲਗੀਧਰ ਦੀ ਤਾਕਤ, ਸਭ ਕੁਝ ਵਾਰ ਕੇ ਵੀ ਗੱਜਣੋਂ ਨਹੀਂ ਹਟਦਾ ਸ਼ੇਰ ਵਾਂਗੂ। ਇਹ ਕੌਣ ਕਰ ਸਕਦਾ? ਚਾਰ ਪੁੱਤਰ ਮਰ ਜਾਣ ਕੀ ਗੱਲ ਹੈ, ਤੂੰ ਕੋਈ ਫਤਿਹਨਾਮਾ ਲਿਖ ਸਕਦਾ ਕਿਸੇ ਨੂੰ? ਚੜ੍ਹਦੀ ਕਲਾ ਤੇ ਕੀ ਗੋਡਿਆਂ ਵਿੱਚ ਸਿਰ ਦੇ ਕੇ ਰੋਣੋਂ ਨਹੀਂ ਹਟੀਦਾ, ਘਰ ਵਿੱਚ ਮਰਗ ਹੋ ਜਾਵੇ ਇਹਦੇ ਚਾਰ ਦੀਵੇ ਬੁਝੇ ਨੇ। ਇਹ ਰੱਬੀ ਰੁਤਬਾ ਹੈ। ਆਖਣ ਲੱਗੇ ਉਹ ਜਿਹੜੀਆਂ ਤੇਰੀਆਂ ਮੱਖੀਆਂ ਸਨ ਔਰੰਗਜ਼ੇਬ, ਉਹਨਾਂ ਦੀ ਕਰਨੀ ਕਰਤੂਤ ਸੁਣ। ਹਰਾਂ ਕਸ ਜੇ ਦੀਵਾਰ ਆਮਦ ਬਰੂ, ਬਾਖੁਰਦਨ ਯਕੇ ਤੀਰ ਸ਼ੁੱਧ ਗਰਕ ਖੂੰ। ਚਮਕੌਰ ਦੀ ਗੜੀ ਦੀ ਕੱਚੀ ਦੀਵਾਰ, ਜਦੋਂ ਕਹਿੰਦੇ ਮੇਰੇ ਚਿਹਰੇ ਦੇ ਦਰਸ਼ਨ ਹੋਏ ਨੇ, ਤੇਰੀਆਂ ਮੱਖੀਆਂ ਦੀਵਾਰ ਦੇ ਉਲੇ ਹੋ ਗਈਆਂ। ਜਦੋਂ ਮੈਂ ਗਰਜ ਕੇ ਜਕਾਰਾ ਛੱਡਿਆ, ਭਾਵੇਂ ਤੇਰੀਆਂ ਮੱਖੀਆਂ ਦੀ ਤਾਦਾਦ ਬੇਗਿਣਤੀ ਸੀ, 10 ਲੱਖ ਤੋਂ ਉੱਤੇ ਹੋਵੇ। ਜਦੋਂ 40 ਸੂਰਮਿਆਂ ਦੇ ਵਿੱਚ ਸੱਜਿਆ ਹੋਇਆ ਸ਼ੇਰ ਤੱਕਿਆ ਤੇ ਕਹਿੰਦੇ ਹਰਾਂ ਕਸ ਜੇ ਦੀਵਾਰ ਆਮਦ ਬਰੂ, ਲੁਕੇ ਹੋਏ ਦੀਵਾਰ ਤੋਂ ਅਗਰ ਹਰਾਂ ਕਸ, ਅਗਰ ਕੋਈ ਉਸ ਦੀਵਾਰ ਤੋਂ ਆਮਦ ਬਾਹਰ ਬਰੂ ਆਇਆ, ਆਮਦ ਆਇਆ ਬਰੂ ਬਾਹਰ ਆਇਆ, ਪਹਿਲਾਂ ਤੇ ਕੋਈ ਆਇਆ ਹੀ ਨਾ। ਤੇ ਜੇ ਇੱਕ ਅੱਧਾ ਤੇਰਾ ਸੂਰਮਾ ਹੌਸਲਾ ਕਰਕੇ ਜਿਹਨੇ ਤੇਰਾ ਨਿਮਕ ਖਾਦਾ ਸੀ ਬਾਹਰ ਆਇਆ, ਤੇ ਮੈਂ ਖੁਸ਼ ਹੋ ਗਿਆ ਵੀ ਕੋਈ ਤੇ ਹੈ ਸਾਹਮਣੇ ਆ ਕੇ ਲੜਨ ਵਾਲਾ। ਤੇ ਮੈਂ ਫਿਰ ਖੁਸ਼ ਹੋ ਕੇ ਆਖਣ ਲੱਗੇ ਬਾਖੁਰਦਨ ਯਕੈ ਤੀਰ ਸ਼ੁੱਧ ਗਰਕ ਖੂੰ। ਬਾਖੁਰਦਨ ਯਕੇ ਇੱਕ, ਇਉਂ ਸਮਝ ਲਾਓ ਮੇਰਾ ਇੱਕ ਤੀਰ ਖਾਣ ਆਏ ਸੀ, ਤੇ ਮੈਂ ਜਦੋਂ ਉਹਨਾਂ ਨੂੰ ਇੱਕ ਤੀਰ ਬਖਸ਼ਿਆ, ਮੈਂ ਜਦੋਂ ਮੱਥੇ ਵਿੱਚ ਇੱਕ ਤੀਰ ਉਹਨਾਂ ਦੇ ਮਾਰਦਾ ਸੀ, ਸ਼ੁੱਧ ਗਰਕ ਖੂਨ, ਆਪਣੇ ਹੀ ਖੂਨ ਵਿੱਚ ਤੇਰੇ ਸੂਰਮੇ ਗਰਕ ਹੋ ਜਾਂਦੇ ਸਨ। ਵਡਿਆਈ ਵੀ ਲਿਖਣਗੇ ਸੂਰਮਿਆਂ ਦੀ, ਨਿਰੀ ਆਪਣੀ ਸ਼ੌਹਰਤ ਨਹੀਂ। ਅਬਲ ਤੇ ਕੰਧੋਂ ਬਾਹਰ ਕੋਈ ਤੇਰੀ ਮੱਖੀ ਨਿਕਲੀ ਨਹੀਂ, ਜੇ ਆਈ ਹੈ ਤੇ ਉਡਾ ਕੇ ਰੱਖ ਦਿੱਤੀ ਹੈ ਇੱਕੇ ਤੀਰ ਨਾਲ। ਅੱਗੇ ਆਖਣ ਲੱਗੇ ਕਿ ਬੇਰੂ ਨੇ ਆਮਦ ਕਸੇ ਜਾਂ ਦੀਵਾਰ, ਕਿ ਬੇਰੂ ਨੇ ਆਮਦ ਕਸੇ ਜਾਂ ਦੀਵਾਰ। ਨਾ ਖੁਰਦੰਦ ਤੀਰੋ ਨਾ ਗਸ਼ਤੰਦ ਖੁਆਰ। ਜੇ ਤੂੰ ਆਖੇ ਵੀ ਕੋਈ ਬਚਿਆ ਵੀ ਹੈ, ਕਹਿੰਦੇ ਕਿ ਬੇਰੂ ਜਿਹੜਾ ਨਾ ਕੰਧ ਤੋਂ ਨਿਆਮਦ ਬਾਹਰ ਨਹੀਂ ਆਇਆ, ਜਿਹੜਾ ਕੰਧ ਦੇ ਪਰਛਾਵੇਂ ਹੇਠ ਬੁਜ਼ਦਿਲ ਬਣ ਕੇ ਲੁਕਿਆ ਰਿਹਾ, ਨਾ ਖੁਰਦੰਦ ਤੀਰੋ, ਉਹਨੇ ਮੇਰਾ ਤੀਰ ਨਹੀਂ ਖਾਦਾ, ਨਾ ਗਸ਼ਤੰਦ ਖੁਆਰ, ਤੇ ਨਾ ਖੁਆਰ ਹੋ ਕੇ ਖਰਾਬ ਹੋ ਕੇ ਉਹ ਮਿੱਟੀ 'ਚ ਹੀ ਮਿਲਿਆ। ਬਚਿਆ ਉਹ ਹੈ ਜਿਹੜਾ ਮੇਥੋਂ ਓਲੇ ਹੋ ਗਿਆ। ਫਰਮਾਉਂਦੇ ਨੇ ਕਹਿੰਦੇ ਤੀਰ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਤਲਵਾਰ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਤੁਸੀਂ ਸੋਚਦੇ ਹੋਵੋਗੇ ਵੀ ਕੇਸਗੜ੍ਹ ਸਾਹਿਬ ਸ਼ਸਤਰ ਕਿਉਂ ਉੱਚੇ ਰੱਖੇ ਨੇ, ਗੁਰੂ ਸਾਹਿਬ ਦਾ ਪ੍ਰਕਾਸ਼ ਕਿਉਂ ਥੱਲੇ ਹੈ? ਕਿਉਂਕਿ ਰੱਬ ਨਾਲੋਂ ਗੁਰੂ ਨੇ ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਨੀਵਾਂ ਦੱਸਿਆ। ਤੇ ਕਾਲ, ਮਹਾਕਾਲ, ਪੀਰ ਸ਼ਸਤਰਾਂ ਨੂੰ ਪਤਾ ਕਿਉਂ ਆਖਿਆ? ਸਮਝੋ ਇਹਨਾਂ ਦੇ ਗੁਣ ਰਲਦੇ ਨੇ।
शायद तुहाडे सुनन विच नहीं आया होवेगा, कई बार कोई तर्क कर दिंदा भी शस्त्र के उच्चे ने समझियो। काल दा पीर दा महाकाल दा ए सुभाए बारे बूढ़े तरुणे भैया सब हूं जमलै जई है रे। ना बुढ़े नूं ही छड्डदा है, ना बच्चे नूं ही छड्डदा है, ना जवानी विच ही काल छड्डदा है। काल दे अगे जेड़ा भी आ गया वो नहीं बचेगा। ना अमीर दी डांग तो डरिया है ते ना मेरे वर्गे गरीब दे हथ जोड़िया तरलियां ते ही तरसाया। जेड़ा अगे आ गया मरेगा। ते कलगियां वाला बापू कहंदा फिर तलवार दा सुभाअ की है। बच्चा आ गया, बिरद आ गया, जवान आ गया, तीर दी नोक ने नहीं छाती वेखनी भी किन्ने इंच चौड़ी है, विन के छड़ेगा। आखण लगे मैं तीरां नूं, मैं तलवारां नूं पीर तां आखिया है, मैं इन्हां नूं उच्चा तां सजाया। साहब सरोही सहती यह हमारा पीर। पीर क्यों आखिया? क्योंकि ना पीर ही ना काल ही वेंदा किसे नूं, ना ये तीर शस्त्र ही वेंदे ने। जेड़ा अगे आ गया ढाह लैणा। कहंदे जेड़ा ते अगे आया वो नहीं मैं छड्डिया, ओनू नहीं मैं बख्शिया। ते जेड़ा कहंदे ओले लुक गया ना, ओदी जान बख्शी गई है, वो बच गया है। तेरे सारे सूरमे कंधोले लुके सन। कहंदे फरमाउण लगे चूदी दम के नाहर बे आमद बाजंग, चशीदे यके तीर तन बेद रंग। नाहर खान मलेर कोटरे वाले नवाब दा भरा जिन्हें हा दा नारा मारिया सी। कहंदे फिर जेड़ा तेरे सूरमे दिल्ली वालों नवें घल्ले सन, बड़ा गांडीब योधा सी, सूरमा सी, ओने हिम्मत कीती है मेरे सामने आउण दी। चूंदी दीदम दीदार मैं देखिया नाहर खान नूं, बेआमद आया है बा जंग, जंग दे विच मेरे सामने। चशीदे यके तीर तन बेद रंग। बेद रंग कहंदे ने शीगर, छेती नाल। जंग दे मैदान विच आपां सुनिया भी जेड़ा सूरमा उडीकदा रह गया वो जित नहीं सकेगा। जदों मैं कहंदे छेती नाल तकिया, ओ सूरमा लैस होके मेरे सामने नाहर खान गरजिया किसे शेर वांगू। मैं कहंदे पथे चों काली दे नाल यके तीर, एक तीर कट के कमान ते चढ़ा के कन तक खिंच के चशीदे छड्डिया है, ओनू चखा दिता। कहंदे छाती विच तीर लगा ते ओ जेड़ा सूरमा सी शीगर ही धरती ते डिग पिया। इक्को जरनैल कहंदे सामने आया, बाकी ते मामा दे पोती मरवा रहे सन, आप पिछे सन। जदों कहंदे फिर वो एक तीर नाल असीं सुटिया जेड़े नाल आए सी ना गप्पां मारन वाले। जदों 5 सीस लै गए ना गुरु गोबिंद सिंह सच्चे पातशाह ने आनंदपुर दे मुकाम ते, 5 सीस शरेआम कलम करके जोड़ दिते। शरेआम मैं तां कह रहा प्रभ भावै बिन सास ते राखै की नहीं कर सकदा। क्यों डरदा है, क्यों झगदा है? इतिहास नूं फोलण लगा शरेआम सिर कलम करके जोड़दा है। ते मेरे वर्गे फिर उठे फिर बाबा जी 5 ते बस करती, असीं भी तैयार सी। इदां दे झूठ मारन वाले पहलां दौड़ गए, हुण फौड़ मारदे ने, फड़के छड्डदे। कहंदे इदां नाहर खान दे नाल झूठ मारन वाले बड़े सन। की होया? हम आखिर गुरेज़द बाज़ाए बेमसाफ, बसे खाने खुरदंद बेरूंग साफ। आखण लगे आखर नूं जदों जरनैल डिगदा तकिया है, गुरेज़द सारे दौड़ गए मुसाफ जंग दे विचों। ते महाराज कहंदे जदों नाल आए सी ना बाहर खलोते, कंध दे ओले खलोते, पता की करदे सन? बसे खाने खुरदंद बेरूंग गजाफ। गजाफ कहंदे ने गप्पां नूं। बसे खान है खुरदंद, बड़े बड़े खान है, वख वख तरह के भोजन पदार्थ छकण वाले।
ਐਡੇ ਐਡੇ ਖਾਨ ਸਨ ਵੀ ਕੱਲੇ ਕੱਲੇ ਨੂੰ ਬੱਕਰਾ ਮਸਾਂ ਹੀ ਵਾਰਾ ਖਾਂਦਾ ਸੀ। ਜਦੋਂ ਖਾਣ ਲੱਗਦੇ ਸੀ ਹੱਡਾ ਰੋੜੀ ਨੇੜੇ ਹੀ ਲਾ ਦਿੰਦੇ। ਏਡੇ ਪਲੇ ਹੋਏ ਖਾਨ ਤੇ ਗੱਪਾਂ ਇਦਾਂ ਦੀਆਂ ਵੀ ਜੇ ਅਸੀਂ ਸਾਹਮਣੇ ਹੁੰਦੇ ਤੇ ਗੁਰੂ ਬੰਨ ਲਿਆਉਣਾ ਸੀ, ਮੋਢਿਆਂ ਤੇ ਚੁੱਕ ਲਿਆਉਣਾ ਸੀ। ਤੇ ਕਹਿੰਦੇ ਜਦੋਂ ਜਰਨੈਲ ਡਿੱਗਦਾ ਤੱਕਿਆ, ਦੀਨ ਦੁਨੀਆ ਦੇ ਵਾਲੀ ਆਖਣ ਲੱਗੇ ਉਹ ਜਿਹੜੇ ਬੜੇ ਬੜੇ ਸੂਰਮੇ ਸਨ ਨਾ ਔਰੰਗਜ਼ੇਬ, ਗੱਪਾਂ ਮਾਰਨ ਵਾਲੇ ਸੂਰਮੇ ਸਨ, ਉਹ ਦੌੜ ਗਏ, ਉਹ ਨਹੀਂ ਡਿੱਗ ਸਕੇ। ਕੂੜੀ ਕੂੜਾ ਠੀਸ ਕਿਤੇ ਪੜਿਓ ਜਬਰੀ ਸਾਹਿਬ। ਕਹਿੰਦੇ ਇੱਕ ਨੂੰ ਵੇਖਿਆ ਏ ਤੇ ਬਾਬਾ ਬੁੱਢਾ ਬ੍ਰਹਮ ਗਿਆਨੀ ਬਣ ਗਿਆ। ਤੇ ਕੋਈ ਲਿਬਾਸ ਉਦਾਂ ਦਾ ਪਾ ਲਵੇ, ਕੋਈ ਆਖੇ ਵੀ ਮੈਂ ਉਹੀ ਬਣ ਗਿਆ ਪਰ ਅੰਦਰੋਂ ਵਸਤਾ ਨਾ ਹੋਵੇ। ਤੇ ਉਹ ਗੱਲ ਹੋਈ ਨਾ ਵੀ ਕੀੜਾ ਬਾਜ ਨੂੰ ਉੱਡਦਿਆਂ ਵੇਖ ਕੇ ਆਖੇ ਮੈਂ ਉਡਾਰੀ ਏਡੀ ਮਾਰ ਸਕਦਾ, ਮੇਰੇ ਵੀ ਖੰਭ ਨੇ, ਮੈਂ ਵੀ ਇਦਾਂ ਦਾ ਹੀ ਬੰਦਾ, ਮੈਂ ਵੀ ਬਾਬਾ ਬੁੱਢਾ ਵਰਗਾ ਨਹੀਂ। ਕਹਿੰਦੇ ਕੂੜੀ ਕੂੜਾ ਠੀਸ ਝੂਠੀਆਂ ਗੱਲਾਂ। ਉੱਥੇ ਪਹੁੰਚਣਾ ਔਖਾ, ਏਡੀਆਂ ਉੱਚੀਆਂ ਉਡਾਰੀਆਂ, ਬ੍ਰਹਮਵੇਤਾ ਬਣਨਾ ਬਹੁਤ ਔਖਾ। ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਜੇ ਜੋ ਪ੍ਰੇਮਾਨੇ ਤਿਨਕੀ ਰੀਸਾ ਆ ਕੂੜੇ ਮੂਰਖ ਕੀ ਠੀਸਾ। ਜਿਹੜੇ ਪ੍ਰੀਏ ਨੇ, ਨੇੜੇ ਨੇ, ਸਤਪੁਰਸ਼ ਨੇ, ਕੋਈ ਰੀਸ ਕਰਨ ਨਿਕਲੇ ਹਰ ਜੁਲਾਇਆ ਆਖੇ ਮੈਂ ਕਬੀਰ ਬਣ ਜਾਵਾਂ, ਨਹੀਂ ਹੋਵੇਗਾ। ਕਹਿੰਦੇ ਜਿਹੜੇ ਨੇੜੇ ਨੇ ਉਹ ਨੇੜੇ ਹੀ ਨੇ, ਜਿਹੜੇ ਨੇੜੇ ਨੇ ਉਹ ਅੰਦਰ ਦੇ ਵੀ ਸੰਤ ਨੇ, ਕੇਵਲ ਬਾਹਰ ਦੇ ਨਹੀਂ। ਉਹ ਜੇ ਹੱਥ ਵਿੱਚ ਮਾਲਾ ਰੱਖਦੇ ਨੇ ਤੇ ਚਾਰ ਦੀਵਾਰੀ ਦੇ ਅੰਦਰ ਵੀ ਮਾਲਾ ਹੀ ਫੇਰਦੇ ਨੇ। ਇਹ ਨਹੀਂ ਵੀ ਅੰਦਰ ਸੁੱਤੇ ਰਹਿਣ ਤੇ ਬਾਹਰ ਮਾਲਾ ਲਈ ਫਿਰਨ। ਦੋ ਮੁਖੌਟੇ ਨਹੀਂ ਉਹਨਾਂ ਦੇ, ਅੰਦਰੋਂ ਵੀ ਸਤਪੁਰਸ਼ ਤੇ ਬਾਹਰੋਂ ਵੀ। ਪਰ ਕਹਿੰਦੇ ਤੇਰੇ ਸੂਰਮੇ ਅੰਦਰ ਦੇ ਨਹੀਂ, ਸੂਰਮੇ ਬਾਹਰੋਂ ਹੀ ਗੱਪਾਂ ਮਾਰਦੇ ਸਨ, ਕੂੜੀਆਂ ਗੱਲਾਂ ਸਨ। ਦੌੜ ਗਏ ਕਹਿੰਦੇ ਮੇਰੇ ਤੀਰਾਂ ਦੀ ਬੌਛਾਰ ਵੇਖ ਕੇ। ਕਹਿੰਦੇ ਫਿਰ ਇੱਕ ਹੋਰ ਤੇਰਾ ਸੂਰਮਾ ਜਿਹਦਾ ਨਾਂ ਹੈ ਅਫਗਾਨ ਖਾਨ, ਕਿ ਅਫਗਾਨ ਦੀਗਰ ਬੇਆਮਦ ਬਜੰਗ ਚੂ ਸੈਲੇ ਰਵਾ ਹਮ ਚੂ ਤੀਰੋ ਤੂਫਨ। ਕਹਿੰਦੇ ਅਫਗਾਨ ਖਾਂ ਦੀਗਰ ਦੂਸਰਾ ਤੇ ਤੇਰਾ ਜਰਨੈਲ ਬੇਆਮਦ ਬਜੰਗ, ਜੰਗ ਦੇ ਵਿੱਚ ਐਨ ਲੈਸ ਬੈਸ ਹੋ ਕੇ ਨਿਕਲਿਆ। ਤੇ ਪਤਾ ਕਿੱਦਾਂ ਨਿਕਲਿਆ, ਵੇਖੋ ਵਡਿਆਈ ਕਰਨ ਲੱਗੇ ਨੇ। ਚੂ ਸੈਲ ਰਵਾ, ਕਹਿੰਦੇ ਕਿਤੇ ਔਰੰਗਿਆ ਪਹਾੜ ਵੱਲ ਧਿਆਨ ਨਾਲ ਵੇਖੀ ਤੇ ਤੂੰ ਵੇਖਿਆ ਹੋਵੇਗਾ ਜਦੋਂ ਪਹਾੜ ਤੋਂ ਝਰਨੇ ਚੱਲਦੇ ਨੇ ਉਹਨਾਂ ਦੀ ਰਫ਼ਤਾਰ ਕਿੰਨੀ ਹੁੰਦੀ ਹੈ, ਵੇਖਿਆ ਹੈ ਨਾ। ਜਦੋਂ ਹੜ੍ਹ ਆਉਂਦਾ ਪਾਣੀ ਦੀ ਰਫ਼ਤਾਰ ਕਿੰਨੀ ਹੁੰਦੀ ਹੈ। ਚੋ ਸੈਲੇ ਰਵਾਨ ਹੁੰਦਾ ਜਿਵੇਂ ਪਾਣੀ ਸੈਲੇ ਪਹਾੜ ਤੋਂ। ਹਮ ਚੂ ਤੀਰੋ ਤੁਫੰਗ, ਤੀਰਾਂ ਨਾਲ ਰਫਲਾਂ ਨਾਲ ਲੈਸ ਹੋ ਕੇ ਇਉਂ ਵਧਿਆ ਜਿਵੇਂ ਧਨੁੱਖ ਨੇ ਤੀਰ ਨੂੰ ਵਧਾਇਆ ਹੋਵੇ ਤੇ ਤੁਫੰਗ ਨੇ ਗੋਲੀ ਨੂੰ ਛੱਡਿਆ ਹੋਵੇ, ਵਧਾਇਆ ਹੋਵੇ। ਜੋਸ਼ ਨਾਲ ਅੱਗੇ ਵਧਿਆ। ਬਸੇ ਹਮਲਹ ਕਰ ਦੰਦ ਬਾ ਮਰਦਾਨਗੀ, ਹਮ ਮਜ਼ਾ ਹੋਸ਼ਗੀ ਹਮ ਜੇ ਦੇਵਾਨਗੀ। ਉਸ ਸੂਰਮੇ ਨੇ ਬਸੇ ਬਹੁਤ ਹਮਲੇ ਕਰਦਨ, ਬੜੇ ਹਮਲੇ ਮੇਰੇ ਗੜੀ ਤੇ ਮੇਰੇ ਸਿੱਖਾਂ ਤੇ ਕੀਤੇ ਨੇ। ਬਾ ਮਰਦਾਨਗੀ, ਸੂਰਮਿਆਂ ਦੀ ਤਰ੍ਹਾਂ, ਸਾਹਮਣੇ ਆ ਕੇ ਲੁਕ ਕੇ ਨਹੀਂ। ਕਹਿੰਦੇ ਹਮ ਅਜ਼ ਹੋਸ਼ਗੀ ਹਮ ਜੇ ਦੇਵਾਨਗੀ, ਅਜ਼ ਨਾਲ, ਹੋਸ਼ਗੀ ਹੋਸ਼। ਕਈ ਵਾਰ ਤੇ ਬੜੇ ਹੋਸ਼ ਨਾਲ, ਜਿਹੜੇ ਵਾਰ ਸਿੱਧੇ ਲੱਗ ਜਾਣ ਆਪਾਂ ਕਹਿ ਦਿੰਦੇ ਹੋਸ਼ ਨਾਲ ਕੀਤੇ ਨੇ, ਤੇ ਜਿਹੜੇ ਵਾਰ ਖਾਲੀ ਜਾਣ ਉਹ ਕਹਿ ਦਈਦਾ ਦੀਵਾਨਗੀ ਨਾਲ, ਮਸਤ ਹੋ ਕੇ ਪਾਗਲਪਨ ਵਿੱਚ ਕੀਤੇ ਨੇ। ਕਹਿੰਦੇ ਕਈ ਵਾਰ ਤੇ ਬੜੀ ਹੋਸ਼ ਨਾਲ ਸਿੱਧੇ ਕਰਦਾ ਸੀ, ਬੜਾ ਸੂਰਮਾ ਸੀ ਉਹ। ਸਾਰੇ ਹੀ ਬੁਝਦਿਲ ਨਹੀਂ ਤੇਰੀ ਸੈਨਾ ਵਿੱਚ, ਕਈ ਵਾਕਿਆ ਹੀ ਨਮਕ ਨੂੰ ਹਲਾਲ ਕਰਨ ਵਾਲੇ ਸਨ, ਨਮਕ ਰਾਮੀ ਨਹੀਂ ਸਨ। ਕਹਿੰਦੇ ਸਾਹਮਣੇ ਹੋ ਕੇ ਤੀਰ ਚਲਾਉਂਦਾ ਹੈ, ਜਜ਼ਬੇ ਨਾਲ, ਹੋਸ਼ਗੀ ਨਾਲ ਵਾਰ ਕਰਦਾ ਤੇ ਕਈ ਵਾਰ ਕਮਲਾ ਜਿਹਾ ਹੋ ਜਾਂਦਾ ਗੁੱਸੇ ਵਿੱਚ। ਤੇ ਕਹਿੰਦੇ ਲੜਦਿਆਂ ਬਸੈ ਹਮਲੇ ਕਰਦਾ ਹੈ, ਬਸੈ ਜ਼ਖਮ ਖੁਰਦ, ਦੋ ਕਸਰਾਬ ਜਾਂ ਕੁਸ਼ਤ ਜਾਂ ਹਮ ਸਪੁਰਦ। ਕਹਿੰਦੇ ਬਸੇ ਬਹੁਤੇ ਹਮਲੇ ਕਰਦਿਆਂ ਮੇਰੇ ਸਿੱਖਾਂ ਦੇ ਤਨ ਦੇ ਉੱਤੇ ਜ਼ਖਮ ਹੋ ਗਏ। ਇਸ ਅਫਗਾਨ ਖਾਨ ਦੇ ਤਨ ਉੱਤੇ ਜ਼ਖਮ ਹੋ ਗਏ। ਸ਼ੂਰਬੀਰਾਂ ਦਾ ਕੰਮ ਕੀ ਹੁੰਦਾ, ਜ਼ਖਮ ਦੇਣੇ ਤੇ ਜਾਂ ਖਾਣੇ, ਦੋਵੇਂ ਕੰਮ ਇਹਨੇ ਕੀਤੇ ਨੇ।
दो कसरा बजा कुशत जा हम सुपुरत। दो कसरा बड़ा सूरमा सी, 40 विचों 2 मेरे सिंह बजा कुशत उन्हें खत्म कर दिते। 2 सिंह मेरे उस कले सूरमे ने शहीद कर दिते। जा हम सुपुरद, जदों अपना तन जख्मी हो गया ते मेरे तीर दे सुपुरद उन्हें अपना तन भी कर दिता। फिर मेरे तीर दी भेड़ तेरा दूजा सूरमा अफगान खां चढ़ गया। इथों तक जफरनामे दी विचार तकरीबन 33 सवैये 33 शेर 33 बैंत हो गए ने। समाप्ति करिए, विचार करदियां तुरतियां रह जांदियां ने। पर्शियन लैंग्वेज है। गुरु हरकृष्ण साहब सच्चे पातशाह गलतियां दी खिमा बख्श देण, कथा करन दी जाच बख्श देण दी। ये शायर पढ़ के समाप्ति करिए जी। बसे